Guru, Wa, Guru, Wa, Guru, Wa, Guru। परम सत्कारयोग गुरु प्यारी, गुरु सवारी, गुरु दाही रूप, साध संगत जीओ रचना नु करो पवित्र, गज वज के बोलो वाहिगुरु जी का खालसा वाहिगुरु जी की फतेह। बहुत ही वडभागे जी जो अकाल पुरख वाहिगुरु पिता परमेश्वर ਦੇ ਨਾਮ ਨੂੰ ਨਾਲ ਜੁੜ ਕਰਕੇ ਉਸ ਮਾਲਕ ਦੇ ਗੁਣ ਗਾਇਨ ਕਰ ਰਹੇ ਸੀ ਅਤੇ ਮਾਲਕ ਦੀ ਵਡਿਆਈ ਖਰਚ ਕਰ ਰਹੇ ਸੀ। ਗੁਰਮੁਖ ਪਿਆਰੇ ਪਾਤਸ਼ਾਹ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਗੁਰਬਾਣੀ ਦੇ ਵਿੱਚ ਦੱਸਣਾ ਕਰਦੇ ਆ। ਵਾਰ-ਵਾਰ ਇਸ ਮਨ ਨੂੰ ਸਮਝਾਉਣਾ ਕਰਦੇ ਆ। ਪਾਤਸ਼ਾਹ ਦੱਸਦੇ ਆ ਗੁਰ ਤੇ ਭੂਲੇ ਆਵੋ ਜਾਵੋ, ਜਨਮ ਮਰੋ ਹੁਣ ਪਾਪ ਕਮਾਵੋ। ਕਹਿੰਦੇ ਜਿਹੜੇ ਜੀਵਾਂ ਨੂੰ ਗੁਰੂ ਯਾਦ ਨਹੀਂ, ਜਿਨ੍ਹਾਂ ਨੇ ਗੁਰੂ ਨੂੰ ਅਣਦੇਖਿਆ ਕੀਤਾ, ਅਣਸੁਣਿਆ ਕੀਤਾ, ਉਹ ਪਾਤਸ਼ਾਹ ਕਹਿੰਦੇ ਜਨਮ ਮਰਨ ਦੇ ਵਿੱਚ ਪਾਪ ਹੀ ਕਮਾ ਰਹੇ ਆ, ਕੋਈ ਸਿੱਧਾ ਕਰਮ ਨਹੀਂ ਉਹ ਕਰ ਰਹੇ ਕਹਿੰਦੇ। ਅਤੇ ਨਾ ਹੀ ਉਹ ਇਸ ਜਨਮ ਤੇ ਮਰਨ ਦੀ ਖੇਲ ਨੂੰ ਕਹਿੰਦੇ ਛੱਡ ਸਕਦੇ ਆ। ਉਹ ਇਸ ਜਨਮ ਮਰਨ ਦੀ ਖੇਲ ਨੂੰ ਛੱਡ ਵੀ ਨਹੀਂ ਸਕਦੇ ਅਤੇ ਕਹਿੰਦੇ ਉਹ ਪੁੰਨ ਦੀ ਥਾਂ ਤੇ ਪਾਪ ਹੀ ਕਮਾਉਂਦੇ ਰਹਿੰਦੇ ਆ। ਪਾਤਸ਼ਾਹ ਬੜੇ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਜੀਵ ਨੂੰ ਸਮਝਾਉਂਦੇ ਹੈ। ਜਦੋਂ ਜੀਵ ਨਹੀਂ ਸਮਝਦਾ ਫਿਰ ਤਾੜਨਾ ਵੀ ਕਰਦੇ ਆ। ਪਾਤਸ਼ਾਹ ਕਹਿੰਦੇ ਗੁਰ ਤੇ ਭੂਲੇ ਆਵੋ ਜਾਵੋ, ਜਨਮ ਮਰੋ ਹੁਣ ਪਾਪ ਕਮਾਵੋ। ਜਨਮ ਮਰਨ ਦੇ ਵਿੱਚ ਕਹਿੰਦੇ ਲੱਗੇ ਹੋ ਤੇ ਪਾਪ ਕਮਾ ਰਹੇ ਹੋ। ਕਿਉਂ? ਕਿਉਂਕਿ ਗੁਰੂ ਨੂੰ ਭੁਲਾ ਦਿੱਤਾ। ਗੁਰੂ ਯਾਦ ਨਹੀਂ, ਗੁਰੂ ਦੇ ਵਿੱਚ ਜਿਹੜੇ ਗੁਣ ਨੇ ਉਹ ਯਾਦ ਨਹੀਂ। ਆਪਣਾ ਗੁਰੂ ਵਰਗਾ ਬਣਨਾ, ਗੁਰੂ ਵਾਲੇ ਗੁਣ ਅਸੀਂ ਆਪਣੇ ਅੰਦਰ ਧਾਰਨ ਕਰਨੇ, ਇਹ ਸਾਡਾ ਮਨੋਰਥ ਹੈ। ਗੁਰਮੁਖ ਪਿਆਰਿਓ, ਜਿਹੜੇ ਅਸੀਂ ਨਾ ਗੁਰਮੰਤਰ ਜਾਂ ਮੂਲ ਮੰਤਰ ਦਾ ਪਾਠ ਕਰਦੇ ਆ, ਬਹੁਤ ਗੁਰਮੁਖ ਸਿਮਰਨ ਕਰਦੇ ਆ ਮੂਲ ਮੰਤਰ ਦਾ। ਪਾਤਸ਼ਾਹ ਮੂਲ ਮੰਤਰ ਦੇ ਵਿੱਚ ਸਾਨੂੰ ਸਾਡੇ ਗੁਰੂ ਦੇ, ਸਾਡੇ ਮਾਲਕ ਦੇ, ਸਾਡੇ ਪਿਤਾ ਦੇ ਗੁਣ ਤੇ ਅਵਗੁਣ ਬਾਰੇ ਜਾਣੂ ਕਰਾਉਂਦੇ ਹੈ। ਗੁਰੂ ਦੇ ਵਿੱਚ ਅਵਗੁਣ ਤੇ ਕੋਈ ਹੈ ਹੀ ਨਹੀਂ, ਗੁਣ ਹੀ ਗੁਣ ਨੇ। ਕਿਹੜੇ ਗੁਣ ਨੇ? ਉਹ ਪਾਤਸ਼ਾਹ ਨੇ ਦੱਸ ਦਿੱਤਾ। ਨਿਰਭਉ, ਉਹ ਕਿਸੇ ਤੋਂ ਡਰਦੇ ਨਹੀਂ ਹੈ, ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਭਉ ਨਹੀਂ ਹੈ। ਨਿਰਵੈਰ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਉਹ ਆਕਾਰਾਂ ਤੋਂ ਰਹਿਤ ਨੇ। ਆਜੂਨੀ, ਉਹ ਜੂਨੀਆਂ ਦੇ ਵਿੱਚ ਨਹੀਂ ਆਉਂਦੇ, ਆਜੂਨੀ ਸਾਹਿਬ ਹਨ। ਇਹ ਜਿਹੜੇ ਗੁਣ ਸਾਡੇ ਪਿਤਾ ਦੇ ਵਿੱਚ ਨੇ, ਇਹ ਗੁਣ ਗੁਰਮੁਖ ਪਿਆਰਿਓ ਅਸੀਂ ਆਪਣੇ ਅੰਦਰ ਧਾਰਨ ਕਰਨੇ ਹੈ। ਪੜ੍ਹ ਕੇ ਇਹ ਗੁਣ ਅਸੀਂ ਨੇ ਆਪਣੇ ਅੰਦਰ ਵਸਾਉਣੇ ਆ। ਜੇ ਤੇ ਸਾਡੇ ਅੰਦਰ ਵਸ ਗਏ, ਅਸੀਂ ਗੁਰੂ ਵਰਗੇ ਹੋ ਗਏ। ਫੇਰ ਤੇ ਗੁਰੂ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ।
ਫਿਰ ਤੇ ਸਾਡੇ ਵਿੱਚ ਕੋਈ ਫਰਕ ਨਹੀਂ। ਪਾਤਸ਼ਾਹ ਕਹਿੰਦੇ ਹਰ 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 ਜਨ ਏਕ ਹੈ। ਹਰੀ ਤੇ ਹਰੀ ਦਾ ਜਨ ਕਹਿੰਦੇ ਇੱਕ ਨੇ, ਫਿਰ ਤੇ ਇੱਕਮਿਕ ਹੋ ਗਏ ਆਪਾਂ। ਅਤੇ ਜੇ ਉਹ ਗੁਣਾਂ ਨੂੰ ਅਸੀਂ ਪੜ੍ਹ ਕੇ ਜਾਂ ਸੁਣ ਕੇ ਸੀਮਿਤ ਰਹਿ ਗਏ, ਅਸੀਂ ਉਹ ਆਪਣੇ ਵਿੱਚ ਧਾਰਨ ਨਹੀਂ ਕੀਤੇ, ਫਿਰ ਪਾਤਸ਼ਾਹ ਨੇ ਸਾਨੂੰ ਇੱਕੋ ਹੀ ਗੱਲ ਕਹਿ ਦਿੱਤੀ, ਪੜ੍ਹ ਪੜ੍ਹ ਗੱਡੇ ਲੱਦੀਐ। ਕਹਿੰਦੇ ਰੋਜ਼ ਪੜ੍ਹਿਆ ਕਰ, ਭਰ ਲੈ ਪੜ੍ਹ ਕੇ ਕਦੇ ਗੱਡੇ ਜਿੰਨੇ ਮਰਜੀ। ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਕਹਿੰਦੇ ਬਸ ਇੱਕੋ ਹੀ ਗੱਲ ਲੇਖੇ ਲੱਗਣੀ ਸੀ, ਉਹ ਤੂੰ ਲਾਈ ਨਹੀਂ, ਉਸ ਨੂੰ ਆਪਣੇ ਅੰਦਰ ਵਸਾਇਆ ਨਹੀਂ, ਆਪਣੇ ਅੰਦਰ ਧਾਰਨ ਕੀਤਾ ਨਹੀਂ ਤੂੰ। ਕਹਿੰਦੇ ਜਿਹਾ ਜਿਹਾ ਪੜ੍ਹਿਆ, ਜਿਹਾ ਜਿਹਾ ਨਾ ਪੜ੍ਹਿਆ। ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਗੁਰੂ ਵਾਲੇ ਗੁਣ ਆਪਣੇ ਅੰਦਰ ਵਸਾਉਣੇ ਸੀ ਅਤੇ ਯਾਦ ਰੱਖਣਾ ਸੀ, ਅਸੀਂ ਇੱਥੇ ਪੱਕੇ ਪਰਮਾਨੈਂਟ ਨਹੀਂ ਹੈਗੇ। ਇਹ ਸਾਡੀ ਵਿਰਾਸਤ ਨਹੀਂ ਹੈਗੀ, ਇਹ ਆਪਣੀ ਵਿਰਾਸਤ ਨਹੀਂ ਹੈਗੀ। ਉਹ ਗੁਰਮੁਖ ਪਿਆਰਿਓ, ਆਪਾਂ ਇੱਥੇ ਅਗਲਾ ਥਾਂ ਲੱਭਣ ਵਾਸਤੇ ਆਏ ਆ, ਅਗਲੀ ਜਗ੍ਹਾ ਲੱਭਣ ਵਾਸਤੇ ਆਏ ਆ, ਜਿੱਥੇ ਇਸ ਖੇਡ ਨੂੰ ਸਮਾਪਤ ਹੋਣ ਤੋਂ ਬਾਅਦ ਆਪਾਂ ਨੇ ਸਦੀਵੀ ਜਾਣਾ, ਜਿਹੜੇ ਮਕਾਨ ਦੇ ਵਿੱਚ, ਜਿਹੜੇ ਮਕਾਨ ਦੇ ਵਿੱਚ ਇਹ ਖੇਲ ਸਮਾਪਤ ਹੋਣ ਤੋਂ ਬਾਅਦ ਸੰਦੀਵੀ ਜਾਣੇ। ਜੇ ਤੇ ਗੁਰਮੁਖੋ ਉਸ ਮਕਾਨ ਨੂੰ, ਉਸ ਘਰ ਨੂੰ, ਉਸ ਦਰ ਨੂੰ, ਉਸ ਅਲੀਸ਼ਾਨ ਬੰਗਲੇ ਨੂੰ ਲੱਭ ਲੈਨੇ ਆ, ਤਾਂ ਅਸੀਂ ਵੱਡ ਨਸੀਬ ਹਾਂ, ਵੱਡਿਆਂ ਭਾਗਾਂ ਵਾਲਿਆਂ, ਖੁਸ਼ ਨਸੀਬ ਹਾਂ। ਜੇ ਗੁਰਮੁਖੋ ਉਹ ਘਰ ਨਹੀਂ ਲੱਭ ਸਕਦੇ, ਜਿਸ ਦਿਨ ਵਕਤ ਆਏ, ਜਿਸ ਦਿਨ ਪਰਵਾਨੇ ਦਾ ਸਮਾਂ ਹੋ ਗਿਆ, ਉਸ ਦਿਨ ਇਹ ਘਰ ਖਾਲੀ ਕਰਵਾ ਲੈਣੇ, ਅਗਲਾ ਘਰ ਵੇਖਿਆ ਨਹੀਂ, ਤਾਂ ਧਿਆਨ ਦਿਓ ਫਿਰ ਕਿੱਥੇ ਜਾਵਾਂਗੇ। ਧਿਆਨ ਦਿਓ ਫਿਰ ਕਿੱਥੇ ਜਾਵਾਂਗੇ। ਇਸੇ ਕਰਕੇ ਪਾਤਸ਼ਾਹ ਗੁਰਬਾਣੀ ਚ ਦੱਸਦੇ ਐ, ਜਹਾਂ ਜਾਣਾ ਸੋ ਥਾਨ ਵਸਾਰਿਓ। ਉਹ ਭਲਿਆ, ਜਿੱਥੇ ਜਾਣਾ ਸੀ ਉਸ ਜਗ੍ਹਾ ਨੂੰ ਵਿਸਾਰ ਦਿੱਤਾ ਤੂੰ, ਉਸ ਜਗ੍ਹਾ ਨੂੰ ਭੁੱਲ ਗਿਆ ਤੂੰ। ਜਹਾਂ ਜਾਣਾ ਸੋ ਥਾਨ ਵਸਾਰਿਓ, ਇੱਕ ਨਿਮਖ ਨਹੀਂ ਮਨ ਲਾਇਓ। ਉਹ ਭੋਰਾ ਵੀ ਧਿਆਨ ਨਹੀਂ ਤੂੰ ਲਾਇਆ ਕਿ ਮੈਂ ਇਸ ਘਰ ਨੂੰ ਖਾਲੀ ਕਰਕੇ ਜਦੋਂ ਮੈਂ ਜਾਣਾ ਹੈ ਤਾਂ ਮੈਂ ਕਿੱਥੇ ਜਾਵਾਂਗਾ। ਕਿਉਂ ਇਸ ਦੁਨੀਆ ਦੇ ਮਾਇਆ ਦੇ ਉਲਝੇਵਿਆਂ ਦੇ ਵਿੱਚ ਰਹਿ ਗਿਆ। ਕਿਉਂ ਤੂੰ ਮੈਂ ਮੇਰੀ ਦੇ ਵਿੱਚ ਫਸ ਗਿਆ। ਕਿਉਂ ਤੂੰ ਸਾਰਾ ਕੁਝ ਆਪਣਾ ਮੰਨ ਕੇ ਬਹਿ ਗਿਆ। ਉਹ ਭਲਿਆ, ਇੱਥੇ ਤੇ ਤੇਰਾ ਕੁਝ ਵੀ ਨਹੀਂ ਹੈ। ਪਾਤਸ਼ਾਹ ਨੇ ਤੇ ਕਿੰਨਾ ਸੋਹਣਾ ਕਰਕੇ ਕਹਿ ਦਿੱਤਾ, ਜਿਹੜਾ ਤੇਰੇ ਨਾਲ ਆਇਆ ਸੀ, ਜਿਹਨੂੰ ਤੂੰ ਆਪਣਾ ਮੰਨਦਾ, ਜਿਹਦੇ ਲਈ ਤੂੰ 24,000 ਚੋਂ 20,000 ਸਵਾਸ ਖਰਚ ਕਰ ਰਹੇ, ਓਏ ਉਹ ਵੀ ਤੇਰਾ ਨਹੀਂ। ਉਹ ਭਲਿਆ, ਉਹ ਵੀ ਤੇਰਾ ਨਹੀਂ। ਲਾਸਟ ਦਿਨ ਉਸ ਨੇ ਵੀ ਤੈਨੂੰ ਜਵਾਬ ਦੇ ਜਾਣਾ। ਉਹ ਕੌਣ ਹੈ? ਉਹ ਤਨ ਹੈ ਗੁਰਮੁਖ ਪਿਆਰਿਓ, ਤਨ। ਆਪਾਂ ਸਭ ਤੋਂ ਜ਼ਿਆਦਾ ਸਮਾਂ ਤਨ ਨੂੰ ਸਵਾਰਨ ਤੇ ਸ਼ਿੰਗਾਰਨ ਤੇ ਲਾ ਦਿੰਨੇ ਆ। ਸਾਰਾ ਦਿਨ ਸਾਨੂੰ ਤਨ ਦਾ ਹੀ ਫਿਕਰ ਰਹਿੰਦਾ ਹੈ, ਤਨ ਨੂੰ ਭੁੱਖ ਨਾ ਲੱਗ ਜਾਵੇ, ਇਸ ਦੀ ਭੁੱਖ ਦੇ ਲਈ ਅਸੀਂ ਬੰਦੋਬਸਤ ਕਰਦੇ ਹਾਂ। ਇਸ ਦੇ ਪਹਿਨਣ ਦੇ ਲਈ ਅਸੀਂ ਬੰਦੋਬਸਤ ਕਰਦੇ ਹਾਂ। ਇਸ ਦੇ ਲਈ ਗੱਡੀ ਦਾ ਅਸੀਂ ਬੰਦੋਬਸਤ ਕਰਦੇ ਹਾਂ। ਇਸ ਦੇ ਲਈ ਮਕਾਨ ਦਾ ਅਸੀਂ ਬੰਦੋਬਸਤ ਕਰਦੇ ਹਾਂ। ਉਹ ਭਲਿਆ, ਤੂੰ ਸਾਰਾ ਸਮਾਂ ਹੀ ਧਨ ਦੇ ਉੱਤੇ ਲੱਗਿਆ ਰਹਿ ਗਿਆ।
ਪਰ ਜਦੋਂ ਅੰਤਮ ਸਮਾਂ ਆਉਣਾ ਹੈ, ਇਸ ਧਨ ਨੇ ਤੈਨੂੰ ਫਤਿਹ ਬੁਲਾ ਦੇਣੀ ਹੈ ਕਿ ਤੂੰ ਹੁਣ ਜਾ। ਮੇਰਾ ਤੇਰੇ ਨਾਲ ਜਾਣਾ ਠੀਕ ਨਹੀਂ, ਮੇਰਾ ਠੀਕ ਨਹੀਂ ਤੇਰੇ ਨਾਲ ਜਾਣਾ। ਅਤੇ ਉਸ ਵੇਲੇ ਗੁਰਮੁਖ ਪਿਆਰਿਓ, ਇਸ ਤਨ ਦੇ ਵਿੱਚ ਵਸਦੇ ਕਰੋੜਾਂ ਜੀਵ ਵੀ ਤੈਨੂੰ ਲਾਹਣਤਾਂ ਪਾਉਣਗੇ, ਤੈਨੂੰ ਲਾਹਣਤਾਂ ਪਾਉਣਗੇ ਉਹ ਜੀਵ। ਕਿਹੜੇ? ਜਿਨ੍ਹਾਂ ਦਾ ਰਾਜਾ ਬਣ ਕੇ ਆਇਆ ਸੀ ਤੂੰ, ਜਿਨ੍ਹਾਂ ਦਾ ਰਾਜਾ ਬਣ ਕੇ ਆਇਆ ਸੀ। ਜਿਹੜਾ ਪਾਤਸ਼ਾਹ ਨੇ ਤੈਨੂੰ ਗੁਰਬਾਣੀ ਦੇ ਵਿੱਚ ਰਾਜਾ ਥਾਪ ਦਿੱਤਾ, ਕਾਇਆ ਨਗਰੀ ਇਹ ਮਨ ਰਾਜਾ, ਇਹ ਨਗਰੀ ਮਿਲੀ ਸੀ ਤੈਨੂੰ, ਇਸ ਦੇ ਉੱਤੇ ਤੂੰ ਸੰਦੀਵੀ ਰਾਜ ਕਰਨਾ ਸੀ, ਨਿਹਚਲ ਰਾਜ ਕਰਨਾ ਸੀ। ਉਹ ਭਲਿਆ ਤੂੰ ਭੁੱਲ ਗਿਆ ਆਪਣਾ ਮਤਬਲ। ਪਾਤਸ਼ਾਹ ਇਸੇ ਕਰਕੇ ਗੁਰਬਾਣੀ ਚ ਦੱਸਦੇ ਐ, ਜਿਹ ਜਾਣਾ ਸੋ ਥਾਨ ਵਸਾਰਿਓ, ਇੱਕ ਨਿਮਖ ਨਹੀਂ ਮਨ ਲਾਇਓ। ਕਾਹਦੇ ਵਿੱਚ ਉਲਝਿਆ? ਪਾਤਸ਼ਾਹ ਕਹਿੰਦੇ ਪੁੱਤਰ ਕਲੱਤਰ ਗ੍ਰਹਿ ਦੇਖ ਸਮਗਰੀ। ਪੁੱਤ ਔਲਾਦ ਨੂੰ ਕਹਿ ਦਿੱਤਾ, ਕਲੱਤਰ ਔਰਤ ਨੂੰ ਕਹਿ ਦਿੱਤਾ, ਗ੍ਰਹਿ ਘਰ ਨੂੰ ਕਹਿ ਦਿੱਤਾ। ਉਸ ਘਰ ਦੇ ਵਿੱਚ ਜੋ ਸਾਜੋ ਸਮਾਨ ਪਿਆ ਸੀ, ਉਸ ਨੂੰ ਸਮਗਰੀ ਕਹਿ ਦਿੱਤਾ। ਪਾਤਸ਼ਾਹ ਕਹਿੰਦੇ ਐ ਪੁੱਤਰ ਕਲੱਤਰ ਗ੍ਰਹਿ ਦੇਖ ਸਮਗਰੀ, ਇਸ ਹੀ ਮੈਂ ਉਰਝਾਇਓ। ਉਹ ਤੂੰ ਇਸੇ ਦੇ ਵਿੱਚ ਫਸ ਕੇ ਰਹਿ ਗਿਆ। ਉਹ ਤੇਰਾ ਮੇਨ ਮਕਸਦ ਕੋਈ ਹੋਰ ਸੀ। ਉਹ ਜਿਹੜੇ ਜਾਂ ਥਾਨ ਦੇ ਵਿੱਚ, ਜਿਹੜੇ ਘਰ ਦੇ ਵਿੱਚ ਤੇ ਜਾਣਾ ਸੀ, ਓਏ ਉਸ ਨੂੰ ਲੱਭਣਾ ਸੀ ਭਲਿਆ, ਉਸ ਨੂੰ ਲੱਭਣਾ ਸੀ। ਜਹਾਂ ਜਾਣਾ ਸੋ ਥਾਨ ਵਸਾਰਿਓ, ਓਏ ਉਸ ਨੂੰ ਭੁੱਲ ਗਿਆ ਤੂੰ, ਉਹ ਲੱਭਣ ਦੇ ਲਈ ਆਇਆ ਸੀ। ਇੱਥੇ ਹੀ ਬਸ ਨਹੀਂ, ਪਾਤਸ਼ਾਹ ਨੇ ਹੋਰ ਵੀ ਆਖੇ। ਪਾਤਸ਼ਾਹ ਕਹਿੰਦੇ ਇਹ ਘਰ ਜਿਹੜਾ ਤੈਨੂੰ ਮਿਲਿਆ ਹੋਇਆ, ਜਿਹਦੇ ਲਈ 20-22 ਹਜ਼ਾਰ ਸਵਾਸ ਖਰਚ ਕਰਦੇ, ਇਸ ਨੂੰ ਇੱਕ ਦਿਨ ਤੂੰ ਛੱਡ ਜਾਣਾ, ਛੱਡ ਜਾਣਾ, ਛੱਡ ਜਾਣਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਐ, ਜਹ ਘਰ ਛੱਡ ਗਵਾਵਣਾ, ਗਵਾ ਦੇਣਾ ਤੂੰ, ਇਸ ਨੇ ਖੋਹ ਲੈਣਾ ਅਗਲੇ ਨੇ ਤੇਰੇ ਕੋਲੋਂ, ਇਹ ਤੇਰੇ ਕੋਲੋਂ ਖਾਲੀ ਕਰਵਾ ਲੈਣਾ। ਤੇਰੀ ਜਿਹੜੀ ਗੰਢ ਦਿੱਤੀ ਹੋਈ ਹੈ ਸਵਾਸਾਂ ਦੀ, ਉਹ ਖੋਲ ਦੇਣੀ ਹੈ ਭਲਿਆ। ਜਹ ਜਾਣਾ, ਓਏ ਉਹ ਜਾਣ ਵਾਲਾ ਘਰ ਨੇ ਉਹ ਤਾਂ ਲੱਭਿਆ, ਉਸ ਨੂੰ ਲੱਭ ਲੈਣਾ ਸੀ। ਜਹ ਘਰ ਛੱਡ ਗਵਾਵਣਾ, ਤਿਸ ਲੱਗਾ ਮਨ ਮਾਹੀ, ਜਿੱਥੇ ਜਾਏ ਤੁਧ ਵਸਣਾ, ਤਿਸ ਕੀ ਚਿੰਤਾ ਨਾ ਹੈ। ਉਹ ਤੈਨੂੰ ਉਸ ਦੀ ਤੇ ਚਿੰਤਾ ਹੀ ਨਹੀਂ। ਉਸ ਦੀ ਚਿੰਤਾ ਕਰਨੀ ਸੀ ਗੁਰਮੁਖੋ, ਉਸ ਦੀ ਚਿੰਤਾ ਕਰਨੀ ਸੀ। ਅਜੇ ਵੀ ਵਕਤ ਹੈ, ਅਜੇ ਵੀ ਸਮਾਂ ਹੈ। ਮੇਰਾ ਪਿਤਾ ਬੜਾ ਹੀ ਕਿਰਪਾਲੂ ਹੈ, ਬੜਾ ਹੀ ਦਿਆਲੂ ਹੈ। ਅਜੇ ਵੀ ਵਕਤ ਹੈ। ਇਹ ਵੀ ਪਾਤਸ਼ਾਹ ਨੇ ਕਹਿ ਦਿੱਤਾ ਆਪਾਂ ਨੂੰ ਗੁਰਬਾਣੀ ਦੇ ਵਿੱਚ। ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਕੁਝ ਨਹੀਂ ਵਿਗੜਿਆ। ਅਜੇ ਵੀ ਵਕਤ ਨੂੰ ਸੰਭਾਲ ਲੈ, ਅਜੇ ਵੀ ਤੇਰੇ ਕੋਲੇ ਵਕਤ ਹੈ। ਤੈਨੂੰ ਨਹੀਂ ਮਿਲਣਾ ਏਦਾਂ ਦਾ ਕਿਰਪਾਲੂ ਤੇ ਦਿਆਲੂ ਪਿਤਾ। ਪਿਤਾ ਤੇ ਇਹ ਵੀ ਕਹਿ ਰਿਹਾ ਹੈ, ਉਹ ਤੂੰ ਲਾਸਟ ਸਵਾਸ, ਜੇ ਕਿਤੇ ਲਾਸਟ ਸਵਾਸ ਵੀ ਸੰਭਾਲ ਲਵੇਂ ਤੂੰ, ਲਾਸਟ ਸਵਾਸ ਵੀ ਮਾਲਕ ਨੂੰ ਯਾਦ ਕਰ ਲਵੇਂ, ਉਹ ਮੈਂ ਤੇ ਤੇਰਾ ਕਹਿੰਦੇ ਤਾਂ ਵੀ ਜਨਮ ਮਰਨ ਕੱਟ ਦਿਆਂਗਾ। ਪਾਤਸ਼ਾਹ ਬੜਾ ਕਿਰਪਾਲੂ ਹੈ ਗੁਰਮੁਖ ਪਿਆਰਿਓ, ਵਕਤ ਹੈ। ਨਾ ਦੋਸ਼ ਦਿਓ ਫੇਰ ਨਾ ਦੋਸ਼ ਦਿਓ। ਕਿਹਨੂੰ? ਮਾਲਕ ਨੂੰ। ਨਾ ਦੋਸ਼ ਦਿਓ ਫਿਰ ਆਪਣੇ ਕਰਮਾਂ ਨੂੰ।
ਕਿਉਂ? ਕਿਉਂਕਿ ਕਰਮ ਅਸੀਂ ਆਪ ਬਣਾਏ ਆ, ਕਿਸੇ ਹੋਰ ਨੇ ਨਹੀਂ ਬਣਾਏ। ਕਰਮ ਅਸੀਂ ਆਪ ਬਣਾਏ ਐ, ਇਸੇ ਕਰਕੇ ਮੇਰੇ ਸ਼ਹਿਨशाह ਨੇ ਕਹਿ ਦਿੱਤਾ, ਦੱਦਾ ਦੋਸ ਨਾ ਦੇਈ ਕਰਤੈ। ਕਹਿੰਦੇ ਉਸ ਕਰਤਾ ਪੁਰਖ ਨੂੰ ਦੋਸ ਨਾ ਦਈ ਉਹ ਭਲਿਆ। ਦੋਸ ਤੇ ਕਹਿੰਦੇ ਤੇਰੇ ਆਪਣੇ ਕਰਮਾਂ ਦਾ ਹੈ, ਦੋਸ ਤੇ ਤੇਰੇ ਆਪਣੇ ਕਰਮਾਂ ਦਾ ਹੈ। ਤੂੰ ਸਮਝ ਨਹੀਂ ਰਿਹਾ ਇਸ ਨੂੰ। ਉਹ ਤੂੰ ਤੇ ਖੇਲਣ ਦੇ ਲਈ ਆਇਆ ਸੀ ਭਲਿਆ ਇੱਥੇ। ਇਹ ਤੇ ਇੱਕ ਗਰਾਊਂਡ ਹੈ, ਤੈਨੂੰ ਖੇਲਣ ਦੇ ਲਈ ਇਹ ਗਰਾਊਂਡ ਮਿਲਿਆ। ਜਦੋਂ ਸਮਾਂ ਪੂਰਾ ਹੋ ਗਿਆ, ਰੈਫਰੀ ਨੇ ਵਿਸਲ ਮਾਰ ਦੇਣੀ ਹੈ। ਜਦੋਂ ਰੈਫਰੀ ਨੇ ਵਿਸਲ ਮਾਰ ਦਿੱਤੀ ਤਾਂ ਫਿਰ ਤੈਨੂੰ ਇਹ ਗਰਾਊਂਡ ਖਾਲੀ ਕਰਕੇ ਜਾਣਾ ਪੈਣਾ ਹੈ। ਇਹ ਤੇਰਾ ਘਰ ਨਹੀਂ ਹੈ, ਇਹ ਤੇਰਾ ਦਰ ਨਹੀਂ ਹੈ। ਜਿਹੜਾ ਤੇਰਾ ਦਰ ਹੈ ਨਾ, ਉਸ ਨੂੰ ਤਾਂ ਤੂੰ ਵਸਾਰ ਦਿੱਤਾ, ਉਸ ਨੂੰ ਤੇ ਤੂੰ ਭੁੱਲ ਗਿਆ। ਕਾਹਦੇ ਵਿੱਚ? ਧੀਆਂ ਪੁੱਤਾਂ ਦੇ ਵਿੱਚ ਲੱਗ ਕੇ, ਇਹ ਸਾਜੋ ਸਮਾਨ ਦੇ ਵਿੱਚ ਲੱਗ ਕੇ। ਇਹ ਦਾਤਾਂ ਦਿੱਤੀਆਂ ਸੀ ਮਾਲਕ ਨੂੰ, ਦਾਤਾਂ ਦੇ ਨਾਲ ਤੂੰ ਪਿਆਰ ਪਾ ਲਿਆ, ਦਾਤਾਂ ਦੇਣ ਵਾਲੇ ਨੂੰ ਭੁੱਲ ਗਿਆ। ਤੇ ਇਸੇ ਲਈ ਪਾਤਸ਼ਾਹ ਨੇ ਆਖਿਆ, ਦਾਤ ਪਿਆਰੀ ਵਿਸਰਿਆ ਦਤਾਰਾ। ਉਹ ਦਾਤਾ ਵਿਸਰ ਗਿਆ, ਤੈਨੂੰ ਭੁੱਲਿਆ। ਦਾਤਾਂ ਕਿਹੜੀਆਂ? ਪੁੱਤਰ ਕਲੱਤਰ ਗ੍ਰਹਿ ਦੇਖ ਸਮਗਰੀ, ਇਸ ਹੀ ਮੈਂ ਰਜਾਇਓ। ਇਹਦੇ ਵਿੱਚ ਹੀ ਉਲਝ ਗਿਆ ਕਹਿੰਦੇ ਤੂੰ। ਜੇ ਤੂੰ ਮਾਲਕ ਦਾ ਨਾਮ ਨਹੀਂ ਨਾ ਜਪਣਾ ਸੀ, ਨਹੀਂ ਲੈਣਾ ਸੀ, ਤੂੰ ਕਿਉਂ ਬਾਰੀ ਗਵਾ ਲਈ ਆਪਣਾ? ਕਿਉਂ ਇਸ ਸੰਸਾਰ ਦੇ ਵਿੱਚ ਆਇਆ ਸੀ? ਇਸ ਨਾਲੋਂ ਤਾਂ ਤੂੰ ਨਾ ਹੀ ਆਉਂਦਾ। ਦਾਸ ਨਹੀਂ ਕਹਿ ਰਿਹਾ, ਪਾਤਸ਼ਾਹ ਕਹਿੰਦੇ ਐ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ। ਕਹਿੰਦੇ ਜਿਹੜੇ ਨੇ ਹਰੀ ਦਾ ਨਾਮ ਹੀ ਨਹੀਂ ਜਾਣਿਆ, ਜਿਹੜੇ ਨੇ ਹਰੀ ਦਾ ਨਾਮ ਹੀ ਨਹੀਂ ਜਪਿਆ। ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ। ਉਹ ਕਹਿੰਦੇ ਕਿਉਂ ਆਇਆ ਸੀ ਫਿਰ ਜੱਗ ਦੇ ਵਿੱਚ ਤੂੰ? ਕੀ ਕਰਨ ਆਇਆ ਸੀ ਜੱਗ ਦੇ ਵਿੱਚ, ਜੇ ਤੂੰ ਉਸ ਮਾਲਕ ਨੂੰ ਯਾਦ ਹੀ ਨਹੀਂ ਕਰਨਾ ਸੀ। ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਕਾਹੇ ਜੱਗ ਮੈਂ ਆਇਆ। ਫਿਰ ਅੱਗੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਤੂੰ ਆ ਕੇ ਉਸ ਡਾਢੇ ਦੀ ਸੇਵਾ ਕਰਨੀ ਸੀ, ਉਸ ਮਾਲਕ ਦੀ ਸੇਵਾ ਕਰਨੀ ਸੀ। ਸੇਵਾ ਤੋਂ ਬਗੈਰ ਤੇਰਾ ਇਹ ਜਨਮ ਵਿਰਥਾ ਜਾਏਗਾ, ਵਿਰਥਾ ਚਲਾ ਜਾਏਗਾ। ਸੇਵਾ ਤੋਂ ਬਗੈਰ ਗੁਰਮੁਖੋ ਇਹ ਜਨਮ ਵਿਰਥਾ ਜਾਣਾ ਹੈ। ਆਪਾਂ ਨੇ ਸੇਵਾ ਕਰਨੀ ਸੀ, ਕਿੱਦਾਂ? ਬੋਲ ਬੋਲ ਕੇ, ਜ਼ੋਰ ਦੇ ਨਾਲ ਬੋਲਣਾ ਸੀ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਆ ਸੀ ਸੇਵਾ, ਆ ਕਰਨੀ ਸੀ। ਦੂਜੀ ਨੇਤਰਾਂ ਦੇ ਨਾਲ ਕਰਨੀ ਸੀ, ਤੀਜੀ ਸਰਵਣਾਂ ਦੇ ਨਾਲ ਕਰਨੀ ਸੀ। ਤੀਜੀ ਸਰਵਣਾਂ ਦੇ ਨਾਲ ਕਰਨੀ ਸੀ, ਆ ਸੇਵਾ ਕਰਨੀ ਸੀ। ਪਾਤਸ਼ਾਹ ਕਹਿੰਦੇ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ। ਕਹਿੰਦੇ ਗੁਰੂ ਦੀ ਸੇਵਾ ਨਹੀਂ ਕੀਤੀ, ਤੇਰਾ ਜਨਮ ਵਿਰਥਾ ਚਲਾ ਗਿਆ ਭਲਿਆ, ਵਿਰਥਾ ਚਲਾ ਗਿਆ। ਕਿਉਂ? ਕਿਉਂ ਚਲਾ ਗਿਆ? ਕਿਉਂਕਿ ਉਹਨਾਂ ਚੋਰਾਂ ਦਾ ਦੁਸ਼ਮਣ ਬਣ ਗਿਆ, ਸਾਥੀ ਬਣ ਗਿਆ ਉਹਨਾਂ ਚੋਰਾਂ ਦਾ। ਚੋਰਾਂ ਦੇ ਨਾਲ ਰਲ ਕੇ ਚੋਰਾਂ ਵਾਲੇ ਗੁਣ ਸਿੱਖ ਲਏ। ਚੋਰਾਂ ਕੋਲੇ ਗੁਣ ਕਿਹੜੇ ਸੀ? ਉਹਨਾਂ ਨੇ ਅਵਗੁਣਾਂ ਦੀਆਂ ਪੰਡਾਂ ਬੰਨੀਆਂ ਹੋਈਆਂ ਸੀ। ਉਹਨਾਂ ਨੇ ਅਵਗੁਣਾਂ ਦੀਆਂ ਝੂਠ, ਨਿੰਦਿਆ, ਫਰੇਬ, ਹੇਰਾ ਫੇਰੀ
ਧੋਖਾ ਧੜੀ। ਇਸ ਕਰਕੇ ਪਾਤਸ਼ਾਹ ਕਹਿੰਦੇ ਐ, ਲੋਕ ਅਵਗੁਣਾ ਕੀ ਬੰਨ੍ਹੈ ਗਾਠੜੀ। ਕਹਿੰਦੇ ਅਵਗੁਣਾ ਦੀ ਗਠੜੀ ਬੰਨ੍ਹ ਲਈ। ਲੋਕ ਅਵਗੁਣਾ ਕੀ ਬੰਨ੍ਹੈ ਗਠੜੀ, ਗੁਣ ਨਾ ਬਿਹਾਜੈ ਕੋਇ। ਕਹਿੰਦੇ ਗੁਣ ਦਾ ਵਪਾਰ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ। ਹੁਣ ਸੰਗਤ ਨੇ ਕਹਿਣਾ, ਵੀਰ ਜੀ ਅਸੀਂ ਕਰਨ ਦੇ ਲਈ ਬੈਠੇ ਆ, ਅਸੀਂ ਕਰ ਰਹੇ ਹਾਂ। ਗੁਰਮੁਖ ਪਿਆਰਿਓ, ਸਾਵਧਾਨ ਹੋਣ ਦੀ ਲੋੜ ਹੈ। ਸਾਡੇ ਅੰਦਰ ਜਿਹੜੇ ਪੰਜ ਚੋਰ ਬੈਠੇ ਆ ਨਾ, ਉਹਨਾਂ ਤੋਂ ਸਾਵਧਾਨ ਹੋਣਾ ਪਏਗਾ, ਤਾਂ ਆਪਾਂ ਜਿੱਤ ਸਕਦੇ ਹਾਂ, ਨਹੀਂ ਤੇ ਨਹੀਂ ਜਿੱਤ ਸਕਦੇ। ਗੁਰਮੁਖੋ, ਜਿਨ੍ਹਾਂ ਨੂੰ ਅਸੀਂ ਬੜੇ ਨਾ ਉੱਚੇ ਸੁੱਚੇ ਜੀਵਨ ਵਾਲੇ ਮੰਨ ਰਹੇ ਆ ਨਾ, ਜਾਂ ਮੰਨ ਲੈਨੇ ਆ, ਜਾਂ ਲੱਗਦਾ, ਗੁਰਮੁਖ ਪਿਆਰਿਓ, ਉਹਨਾਂ ਨੂੰ ਵੀ ਅਲਝਾ ਲੈਂਦੇ ਆ ਇਹ ਪੰਜੇ। ਬੜੀ ਵੱਡੀ ਪਾਵਰ ਹੈ ਇਹਨਾਂ ਦੇ ਵਿੱਚ, ਬੜੀ ਵੱਡੀ ਤਾਕਤ ਹੈ ਇਹਨਾਂ ਦੇ ਵਿੱਚ। ਇਹ ਖਿਲਾਰੀ ਹੋ ਗਏ, ਇਹ ਕਈ ਯੁੱਗਾਂ ਤੋਂ ਖੇਲਦੇ ਆ ਰਹੇ ਆ, ਅਤੇ ਇਹ ਪੰਜ ਹੋ ਗਏ, ਮਨ ਬੱਚਾ ਕੱਲਾ ਹੋ ਗਿਆ। ਆਵਰ ਪਾਂਚ ਹਮ ਏਕ ਜਣਾ, ਕਹਿੰਦੇ ਇਹ ਪੰਜ ਹੋ ਗਏ, ਅਸੀਂ ਇੱਕ। ਪਰ ਗੁਰਮੁਖ ਪਿਆਰਿਓ, ਸ਼ੇਰ ਤੇ ਬੱਕਰੀਆਂ ਦੇ ਵਿੱਚ ਕੱਲਾ ਹੀ ਬਹੁਤ ਹੁੰਦਾ ਹੈ। ਸ਼ੇਰ ਤੇ ਬੱਕਰੀਆਂ ਦੇ ਵਿੱਚ ਕੱਲਾ ਹੀ ਬਹੁਤ ਹੁੰਦਾ ਹੈ। ਜੇ ਕਿਤੇ ਸ਼ੇਰ ਨੂੰ ਪਤਾ ਲੱਗ ਜਾਵੇ ਕਿ ਮੈਂ ਸ਼ੇਰ ਹਾਂ, ਇਸ ਮਨ ਬੱਚੇ ਨੂੰ ਕਿਤੇ ਪਤਾ ਲੱਗ ਜਾਵੇ ਕਿ ਮੈਂ ਤੇ ਰਾਜਾ ਹਾਂ। ਇਹ ਰਾਜਾ ਸੀ ਗੁਰਮੁਖ ਪਿਆਰਿਓ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ, ਲੋਕ ਅਵਗੁਣਾ ਕੀ ਬੰਨ੍ਹੈ ਗਠੜੀ, ਗੁਣ ਨਾ ਬਿਹਾਜੈ ਕੋਇ। ਗੁਣ ਕਾ ਗਾਹਕ ਨਾਨਕਾ, ਬਿਰਲਾ ਕੋਈ ਹੋਏ। ਕਹਿੰਦੇ ਗੁਣਾਂ ਦਾ ਗਾਹਕ ਕੋਈ ਵਿਰਲਾ ਜੀਵ ਹੈ, ਉਹ ਕੋਈ ਵਿਰਲਾ ਜੀਵ ਹੈ, ਉਹ ਭਲਿਓ। ਹੁਣ ਗੁਰਮੁਖ ਪਿਆਰਿਓ, ਆਖਿਆ ਸੀ ਨਾ ਕਿ ਇਹ ਰਾਜਾ ਹੈ ਮਨ, ਇਹ ਮਨ ਰਾਜਾ ਹੈ। ਇਹ ਜਿਹੜੀ ਨਗਰੀ ਹੈ, ਇਹ ਕਾਇਆ ਹੈ ਜਿਹੜੀ ਆਪਣੀ, ਇਸ ਦੇ ਵਿੱਚ ਇੱਕ ਦੋ ਵਾਰ ਦਾਸ ਨੇ ਪਹਿਲਾਂ ਵੀ ਆਖੀ ਹੈ ਕਿ ਇਸ ਦੇ ਵਿੱਚ ਕਚਹਿਰੀਆਂ ਲੱਗਦੀਆਂ ਨੇ, ਅਦਾਲਤਾਂ ਲੱਗਦੀਆਂ ਨੇ। ਭਾਵ ਕਹਿਣ ਦਾ ਇਹ ਹੈ ਕਿ ਜਿਹੜੀਆਂ ਬਾਹਰ ਕਚਹਿਰੀਆਂ, ਅਦਾਲਤਾਂ, ਕਾਨੂੰਨ ਦੇਖਦੇ ਆ ਨਾ ਆਪਾਂ, ਉਹ ਸਾਰੇ ਅੰਦਰੋਂ ਹੀ ਬਾਹਰ ਆਏ ਆ ਗੁਰਮੁਖ ਪਿਆਰੇ। ਸਾਰੀ ਅੰਦਰ ਵਾਲੀ ਕਹਾਣੀ ਬਾਹਰ ਆਈ ਹੈ। ਹੁਣ ਪਾਤਸ਼ਾਹ ਕੀ ਕਹਿ ਰਹੇ ਹੈ? ਕਹਿੰਦੇ ਅੰਦਰ ਰਾਜਾ ਵੀ ਹੈ। ਕਹਿੰਦੇ ਜਿੱਦਾਂ ਇੱਥੇ ਆਪਣੇ ਪ੍ਰਧਾਨ ਮੰਤਰੀ ਹੈ ਨਾ, ਪ੍ਰਧਾਨ ਮੰਤਰੀ ਦਾ ਆਸਣ ਕੁਰਸੀ ਵੀ ਹੈ, ਪਾਤਸ਼ਾਹ ਵੀ ਏਦਾਂ ਹੀ ਕਹਿੰਦੇ ਹੈ। ਕਹਿੰਦੇ ਅੰਦਰ ਵੀ ਰਾਜਾ ਹੈ, ਕਹਿੰਦੇ ਉਸ ਰਾਜੇ ਦਾ ਤਖਤ ਵੀ ਹੈ ਅੰਦਰ ਗੁਰਮੁਖ ਪਿਆਰਿਓ। ਤਖਤ ਤੇ ਬਹਿ ਕੇ ਕਹਿੰਦੇ ਰਾਜਾ ਆਪ ਨਿਆਂ ਕਰਦੇ, ਨਿਆਂ। ਇਹ ਹੈ ਦੇਖਣ ਵਾਲੀ ਚੀਜ਼ ਕਿ ਮੇਰਾ ਨਗਰੀ ਇਹ ਕਾਇਆ ਕੀ ਹੈ। ਅਸੀਂ ਖੋਜ ਕਰਨੀ ਹੈ ਗੁਰਮੁਖੋ, ਇਸ ਦੀ ਖੋਜ। ਅਸੀਂ ਤੇ ਬਾਹਰ ਹੀ ਦੇਖਦੇ ਰਹਿੰਦੇ ਹਾਂ, ਬਾਹਰ ਦੀਆਂ ਸ਼ਹਿਰ ਐਸ਼ ਪ੍ਰਸਤੀਆਂ ਕਰ ਰਹੇ ਹਾਂ। ਆਪਾਂ ਬਾਹਰ ਦੀਆਂ ਐਸ਼ ਪ੍ਰਸਤੀਆਂ ਕਰਦੇ ਹਾਂ, ਬਾਹਰ ਘੁੰਮਦੇ ਹਾਂ, ਕਦੇ ਅੰਦਰ ਨਹੀਂ ਵੜ ਕੇ ਦੇਖਿਆ ਇਸ ਕਾਇਆ ਨਗਰੀ ਦੇ। ਕਦੇ ਅੰਦਰ ਦੀ ਸੈਰ ਨਹੀਂ ਕੀਤੀ ਗੁਰਮੁਖ ਪਿਆਰਿਓ, ਕਦੇ ਵੀ ਅੰਦਰ ਦੀ ਸੈਰ ਨਹੀਂ ਕੀਤੀ। ਪਾਤਸ਼ਾਹ ਪਤਾ ਹੁਣ ਕੀ ਕਹਿ ਰਿਹਾ ਹੈ? ਕਹਿੰਦੇ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ। ਕਹਿੰਦੇ ਅੰਦਰ ਰਾਜਾ ਵੀ ਹੈ, ਤਖਤ ਵੀ ਹੈ, ਆਪੇ ਨਿਆਉ ਵੀ ਕਰਦਾ। ਅੱਗੇ ਪਾਤਸ਼ਾਹ ਕਹਿੰਦੇ ਉਹਦਾ ਪਤਾ ਕਿੱਦਾਂ ਲੱਗੇਗਾ? ਜਿਹੜਾ ਅੰਦਰ ਤਖਤ ਹੈ ਨਾ, ਜਿਹੜਾ ਉਹ ਦਰ ਹੈ, ਜਿੱਥੇ ਮੇਰਾ ਮਾਲਕ ਨਿਉ ਕਰਦਾ ਬਹਿ ਕੇ, ਉਹਦਾ ਪਤਾ ਕਿੱਦਾਂ ਲੱਗੇਗਾ ਕਿ ਉੱਥੇ ਹੈ ਕਿੱਥੇ ਹੈ? ਕਿੱਦਾਂ ਅਸੀਂ ਇਸ ਦੀ ਖੋਜ ਕਰੀਏ? ਕਿੱਦਾਂ ਅਸੀਂ ਉਸ ਦਰ ਤੇ ਜਾਈਏ?
ਸਭ ਤੋਂ ਵੱਡਾ ਭੇਦ ਤਾਂ ਇਹ ਹੈ ਗੁਰਮੁਖ ਪਿਆਰਿਓ, ਇੰਨਾ ਤੇ ਪਤਾ ਲੱਗ ਗਿਆ ਕਿ ਅੰਦਰ ਰਾਜਾ ਵੀ ਹੈ, ਤਖਤ ਵੀ ਹੈ, ਪਰ ਹੈ ਕਿੱਥੇ? ਅਸੀਂ ਉੱਥੇ ਕਿੱਦਾਂ ਜਾਈਏ? ਜਾਣਾ ਆਪਣੀ ਮਰਜ਼ੀ ਹੈ, ਜਾਣਾ ਤੁਹਾਡੀ ਮਰਜ਼ੀ ਹੈ, ਪਰ ਮੇਰੇ ਸ਼ਹਿਨਸ਼ਾਹ ਗੁਰਬਾਣੀ ਦੇ ਵਿੱਚ ਸਾਰਾ ਭੇਤ ਦੇ ਰਹੇ ਹੈ ਗੁਰਮੁਖ ਪਿਆਰਿਓ, ਸਾਰਾ ਭੇਤ ਦੇ ਰਹੇ ਹੈ। ਕੱਲੀ ਕੱਲੀ ਗੱਲ ਖੋਲ ਕੇ ਦੱਸ ਰਹੇ ਹੈ ਸ਼ਹਿਨਸ਼ਾਹ। ਬਸ ਫਰਕ ਇੰਨਾ ਕੀ ਹੈ, ਪਾਤਸ਼ਾਹ ਨੇ ਕਹਿ ਦਿੱਤਾ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ। ਉਹ ਗੁਰਬਾਣੀ ਨੂੰ ਬੁੱਝਣਾ ਪੈਣਾ ਭਲਿਆ, ਗੁਰਬਾਣੀ ਨੂੰ ਬੁੱਝਣਾ ਪੈਣਾ, ਬੁੱਝ ਕੇ ਤੈਨੂੰ ਇਸ ਦਾ ਭੇਦ ਆ ਜਾਣਾ, ਫਿਰ ਪਤਾ ਲੱਗਣਾ ਕਿ ਮੇਰਾ ਬਾਪੂ ਗੁਰਬਾਣੀ ਦੇ ਵਿੱਚ ਕੀ ਸਮਝਾਉਣਾ ਚਾਹੁੰਦਾ ਸਾਨੂੰ। ਕਿੱਥੇ ਹੈ ਉਹ ਤਖਤ, ਕਿੱਥੇ ਹੈ ਉਹ ਰਾਜਾ, ਕਿੱਥੇ ਹੈ ਉਹ ਦਰ, ਕਿੱਥੇ ਫਿਰ ਨਿਉ ਹੁੰਦਾ ਹੈ। ਪਾਤਸ਼ਾਹ ਫਿਰ ਗੁਰਬਾਣੀ ਚ ਸਮਝਾਉਣਾ ਕਰਦੇ ਆ, ਕਹਿੰਦੇ ਜੇ ਉਸ ਦਰ ਤੇ ਜਾਣਾ ਹੈ ਨਾ, ਜੇ ਉਸ ਦਰ ਬਾਰੇ ਜਾਣਨਾ ਚਾਹੁੰਦਾ ਹੈ, ਤਾਂ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾ। ਗੁਰੂ ਦੇ ਸ਼ਬਦ ਦੇ ਨਾਲ ਹੀ ਆਪਾਂ ਗੁਰਮੁਖ ਪਿਆਰਿਓ ਉਸ ਮਹਿਲ ਦੇ ਵਿੱਚ ਜਾ ਸਕਦੇ ਹਾਂ। ਗੁਰੂ ਦੇ ਸ਼ਬਦ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ ਹੈ ਉਸ ਮਹਿਲ ਤੱਕ ਲੈ ਕੇ ਜਾਣ ਵਾਲਾ। ਨਹੀਂ ਜਾ ਸਕਦੇ ਕਿਸੇ ਵੀ ਸਵਾਰੀ ਦੇ ਉੱਤੇ, ਕਿਸੇ ਵੀ ਵਹੀਕਲ ਦੇ ਉੱਤੇ, ਕਿਸੇ ਵੀ ਮੰਤਰ ਦੇ ਨਾਲ ਨਹੀਂ ਜਾ ਸਕਦੇ, ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਪਹਿਚਾਣ ਨਹੀਂ ਕਰਦੇ। ਸਟੈਪ ਬਾਈ ਸਟੈਪ ਗੁਰੂ ਦੇ ਵਚਨ ਨੂੰ ਕਮਾਉਂਦੇ ਨਹੀਂ, ਗੁਰੂ ਦੇ ਵਚਨ ਦੀ ਖੋਜ ਨਹੀਂ ਕਰਦੇ ਗੁਰਮੁਖ ਪਿਆਰਿਓ। ਕਹਿ ਦਿੱਤਾ ਮੇਰੇ ਪਾਤਸ਼ਾਹ ਨੇ, ਗੁਰ ਸ਼ਬਦੀ ਦਰ ਜਾਣੀਐ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਉਸ ਦਰ ਨੂੰ ਜਾਣ ਸਕਦੇ। ਗੁਰ ਸ਼ਬਦੀ ਦਰ ਜਾਣੀਏ, ਅੰਦਰ ਮਹਿਲ ਅਸਰਾਓ। ਉਹ ਕਹਿੰਦੇ ਅੰਦਰ ਮਹਿਲ ਨੇ ਉਹ ਭਲਿਆ, ਮਹਿਲ ਨੇ ਕਹਿੰਦੇ ਅੰਦਰ, ਗੁਰੂ ਦੇ ਸ਼ਬਦ ਦੇ ਨਾਲ ਜਾਣ ਸਕਦੇ, ਉਹ ਬੁੱਝ ਸਕਦੇ, ਉਹ ਭਲਿਆ ਤੂੰ। ਅੰਦਰ ਮਹਿਲ ਨੇ, ਅੰਦਰ ਤੇ ਬਹੁਤ ਕੁਝ ਹੈ ਪਾਤਸ਼ਾਹ ਕਹਿੰਦੇ। ਫਿਰ ਹੁਣ ਗੁਰਮੁਖ ਪਿਆਰਿਓ ਜਿਹੜੇ ਭਾਗਾਂ ਵਾਲੇ ਹੈ ਨਾ, ਜਿਹੜੇ ਕਰਮਾਂ ਵਾਲੇ ਹੈ, ਜਿਹੜੇ ਸ਼ਬਦ ਦੀ ਕਮਾਈ ਕਰਨ ਦੇ ਲਈ ਉਤਾਵਲੇ ਹੋ ਜਾਂਦੇ ਆ, ਉਹ ਫਿਰ ਅੰਦਰ ਮਹਿਲ ਦੇ ਚਲੇ ਜਾਂਦੇ ਆ। ਉਹ ਫਿਰ ਮਹਿਲ ਦੇ ਅੰਦਰ ਚਲੇ ਜਾਂਦੇ ਐ, ਪਰ ਉੱਥੇ ਮੇਰੇ ਸ਼ਹਿਨਸ਼ਾਹ ਨੇ ਫਿਰ ਇੱਕ ਸ਼ਾਹੂਕਾਰ ਬਿਠਾਇਆ ਹੋਇਆ ਹੈ। ਉੱਥੇ ਫਿਰ ਸ਼ਹਿਨਸ਼ਾਹ ਨੇ ਇੱਕ ਸ਼ਾਹੂਕਾਰ ਬਿਠਾਇਆ ਹੋਇਆ ਹੈ। ਮੇਰਾ ਸ਼ਹਿਨਸ਼ਾਹ ਕਹਿੰਦਾ ਉਸ ਨੂੰ, ਲੈ ਆ ਗਏ ਤੇਰੇ ਕੋਲ ਜਨਮਾਂ ਜਨਮੰਤਰਾਂ ਤੋਂ ਵਿਛੜੇ ਹੋਏ, ਆ ਗਏ ਤੇਰੇ ਕੋਲ ਜਨਮਾਂ ਜਨਮੰਤਰਾਂ ਤੋਂ ਵਿਛੜੇ ਹੋਏ। ਦੇਖ ਲੈ ਅਜੇ ਵੀ ਸੁੱਧ ਹੋ ਕੇ ਖਰੇ ਹੋ ਕੇ ਆਏ ਆ, ਜਾਂ ਅਜੇ ਵੀ ਖੋਟਾਪਣ ਨਾਲ ਲਈ ਫਿਰਦੇ ਆ। ਕਹਿੰਦੇ ਵੇਖ ਲੈ ਅਜੇ ਵੀ ਜਨਮਾਂ ਜਨਮੰਤਰਾਂ ਤੋਂ ਵਿਛੜੇ ਹੋਏ ਐ, ਭੁੱਲ ਗਏ ਸੀ ਘਰ ਆਪਣਾ, ਆ ਤੇ ਗਏ, ਪਰ ਹੁਣ ਪਰਖ ਕਰ ਲੈ ਚੰਗੇ ਤਰੀਕੇ ਦੇ ਨਾਲ। ਪਾਤਸ਼ਾਹ ਕਹਿੰਦੇ ਹੁਣ ਇਹਨਾਂ ਦੀ ਪਰਖ ਕਰ ਲੈ, ਕਹਿੰਦੇ ਚੰਗੇ ਤਰੀਕੇ ਦੇ ਨਾਲ। ਇਹ ਨਾ ਹੋਵੇ ਕਿਤੇ ਅਜੇ ਖੋਟ ਲਈ ਬੈਠੇ ਹੋਣ। ਕਹਿੰਦੇ ਫਿਰ ਆਪਾਂ ਨੇ ਇਹਨਾਂ ਨੂੰ ਖਜ਼ਾਨੇ ਦੇ ਵਿੱਚ ਨਹੀਂ ਪਾਉਣਾ ਜੇ ਖੋਟੇ ਆ, ਜੇ ਖਰੇ ਆ ਨਾ, ਪਾਤਸ਼ਾਹ ਕਹਿੰਦੇ ਤਾਂ ਖਜ਼ਾਨੇ ਦੇ ਵਿੱਚ ਪਾਵਾਂਗੇ ਗੁਰਮੁਖੋ, ਕਹਿੰਦੇ ਤਾਂ ਖਜ਼ਾਨੇ ਦੇ ਵਿੱਚ ਪਾਵਾਂਗੇ। ਮੇਰੇ ਸ਼ਹਿਨਸ਼ਾਹ ਕਹਿ ਰਹੇ ਹੈ ਗੁਰਬਾਣੀ ਦੇ ਵਿੱਚ, ਖਰੇ ਪਰਖ ਖਜ਼ਾਨੇ ਪਾਈਨ। ਕਹਿੰਦੇ ਖਰਿਆਂ ਨੂੰ ਪਰਖ ਲੈ, ਪਰਖ ਕੇ ਖਜ਼ਾਨੇ ਦੇ ਵਿੱਚ ਪਾਇਓ।
ਖਰੇ ਪਰਖ ਖਜ਼ਾਨੇ ਪਾਈਨ, ਖੋਟਿਆਂ ਨਾਹੀਂ ਥਾਉ। ਉਹ ਕਹਿੰਦੇ ਖੋਟਿਆਂ ਦੇ ਲਈ ਇੱਥੇ ਥਾਂ ਨਹੀਂ ਹੈ ਕਹਿੰਦੇ। ਅਜੇ ਵੀ ਕਹਿੰਦੇ ਇਸ ਨੂੰ ਕੱਢ ਦੋ ਬਾਹਰ, ਖੋਟਿਆਂ ਦੇ ਲਈ ਕੋਈ ਥਾਂ ਨਹੀਂ ਹੈ, ਪਰਖ ਕਰ ਲਓ ਚੰਗੀ ਤਰੀਕੇ ਦੇ ਨਾਲ। ਹੁਣ ਜਿਹੜੇ ਅਭਿਆਸੀ ਜੀਵ ਹੈ ਨਾ, ਅਭਿਆਸੀ ਜੀਵਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਤੇ ਇੱਕ ਜੋਦੜੀ ਹੈ। ਗੁਰਮੁਖ ਪਿਆਰਿਓ, ਕੀ ਪਰਖ ਕਰਨੀ ਹੈ ਮੇਰੇ ਸ਼ਹਿਨशाह ਨੇ? ਪਰਖ ਇਹ ਕਰਨੀ ਹੈ ਕਿ ਇਹਨਾਂ ਪੰਜਾਂ ਚੋਰਾਂ ਦੀ ਲਾਗ ਤੇ ਨਹੀਂ ਲੱਗੀ ਹੋਈ ਰਹੇਗੀ ਕਿਤੇ ਅਜੇ। ਕਿਤੇ ਇਹਨਾਂ ਪੰਜਾਂ ਚੋਰਾਂ ਦੀ ਕੋਈ ਲਾਗ ਕਾਮ ਦੀ, ਕ੍ਰੋਧ ਦੀ, ਹਉਮੈ ਦੀ, ਵੈਰ ਦੀ, ਵਿਰੋਧ ਦੀ ਤੇ ਨਹੀਂ ਕਿਤੇ ਕੋਈ ਲੱਗੀ ਹੋਈ ਕਿ ਨਿਰਮਲ ਹੋ ਗਏ। ਇਹ ਉਸ ਸ਼ਹਿਨशाह ਕੋਲੇ ਜਾਣਾ ਇਹਨਾਂ ਨੇ ਜਿਹੜਾ ਨਿਰਮਲ ਹੈ। ਉੱਥੇ ਤਾਂ ਜਾਣ ਦਿੱਤਾ ਜਾਏਗਾ, ਅਜੇ ਪਰਖ ਹੋ ਰਹੀ ਹੈ ਕਿ ਜੇ ਨਿਰਮਲ ਹੋ ਗਏ, ਜੇ ਪਵਿੱਤਰ ਹੋ ਗਏ। ਕਿਉਂ? ਕਿਉਂਕਿ ਪਾਤਸ਼ਾਹ ਨੇ ਕਹਿ ਦਿੱਤਾ, ਸਾਹਿਬ ਮੇਰਾ ਨਿਰਮਲਾ, ਨਿਰਮਲ ਮਿਲਿਆ ਜਾਏ। ਕਹਿੰਦੇ ਉਹ ਨਿਰਮਲ ਹੈ, ਜਿਹੜਾ ਜੀਵ ਆਪ ਨਿਰਮਲ ਹੋਏਗਾ ਨਾ, ਕਹਿੰਦੇ ਉਹ ਉਸ ਨੂੰ ਮਿਲ ਸਕਦਾ ਹੈ, ਦੂਜਾ ਨਹੀਂ ਮਿਲ ਸਕਦਾ, ਦੂਜਾ ਨਹੀਂ ਮਿਲ ਸਕਦਾ। ਇਸੇ ਕਰਕੇ ਫਿਰ ਗੁਰਮੁਖ ਪਿਆਰਿਓ, ਦਰ ਦੇ ਉੱਤੇ ਪਰਖ ਹੁੰਦੀ ਹੈ, ਦਰ ਦੇ ਉੱਤੇ ਪਰਖ ਹੁੰਦੀ ਹੈ। ਇਸੇ ਕਰਕੇ ਤੇ ਆਖਿਆ ਸ਼ਹਿਨशाह ਨੇ, ਖਰੇ ਪਰਖ ਖਜ਼ਾਨੇ ਪਾਈਨ, ਖੋਟਿਆਂ ਨਾਹੀਂ ਥਾਉ। ਕਹਿੰਦੇ ਖੋਟਿਆਂ ਦੇ ਲਈ ਕੋਈ ਥਾਂ ਨਹੀਂ। ਫਿਰ ਖੋਟੇ ਕੀ ਕਰਦੇ ਹੈ? ਖੋਟਿਆਂ ਨਾਲ ਕੀ ਬਣਦੀ ਹੈ? ਪਾਤਸ਼ਾਹ ਇਹ ਵੀ ਦੱਸ ਦਿਓ ਜਰਾ। ਖੋਟਿਆਂ ਲਈ ਜਗ੍ਹਾ ਕਿੱਥੇ ਹੈ? ਕੀ ਬਣਨੀ ਹੈ? ਪਾਤਸ਼ਾਹ ਕਹਿੰਦੇ ਖੋਟੇ ਤਾਂ ਨਾ ਫਿਰ ਦੁੱਖਾਂ ਦੇ ਵਿੱਚ ਹੀ ਜੰਮਦੇ ਹੈ ਤੇ ਦੁੱਖਾਂ ਦੇ ਵਿੱਚ ਹੀ ਮਰ ਜਾਂਦੇ ਆ। ਅਤੇ ਜਿਹੜਾ ਕਰਮ ਵੀ ਕਰਦੇ ਹੈ ਨਾ, ਉਹ ਕਰਮ ਪਾਤਸ਼ਾਹ ਕਹਿੰਦੇ ਉਹ ਵੀ ਦੁੱਖਾਂ ਦੇ ਵਿੱਚ ਕਰਦੇ ਆ, ਉਹ ਵੀ ਦੁੱਖਾਂ ਦੇ ਵਿੱਚੋਂ ਕਰਦੇ ਹੈ। ਦੁੱਖ ਕਿਹੜਾ ਹੈ ਸਾਡੇ ਲਈ ਸਭ ਤੋਂ ਵੱਡਾ? ਸਾਡੇ ਲਈ ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਸਾਡੇ ਲਈ ਵੱਡਾ ਦੁੱਖ ਹੈ ਗੁਰਮੁਖ ਪਿਆਰਿਓ, ਗਰਭ ਜੂਨੀ। ਇਹ ਹੈ ਸਾਡੇ ਲਈ ਸਭ ਤੋਂ ਵੱਡਾ ਦੁੱਖ। ਜਿਹੜੇ ਨਾ ਫਿਰ ਉੱਥੇ ਫੇਲ ਹੋ ਜਾਂਦੇ ਆ, ਜਿਹੜੇ ਫੇਲ ਹੋ ਜਾਂਦੇ ਆ, ਫਿਰ ਮੇਰੇ ਪਾਤਸ਼ਾਹ ਨੇ ਉਹਨਾਂ ਦੇ ਲਈ ਕਹਿ ਦਿੱਤਾ, ਦੁੱਖ ਵਿੱਚ ਜੰਮੈ ਦੁੱਖ ਮਰੈ। ਕਹਿੰਦੇ ਦੁੱਖ 'ਚ ਹੀ ਪੈਦਾ ਹੋਏ ਸੀ ਤੇ ਦੁੱਖਾਂ ਦੇ ਵਿੱਚ ਹੀ ਮਰ ਜਾਣਾ। ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ। ਕਹਿੰਦੇ ਜਿਹੜਾ ਕਰਮ ਕੀਤਾ ਉਹ ਵੀ ਦੁੱਖਾਂ ਦੇ ਵਿੱਚ ਕੀਤਾ। ਫਿਰ ਅੱਗੇ ਮੇਰੇ ਸ਼ਹਿਨशाह ਕਹਿੰਦੇ ਹੈ, ਕਹਿੰਦੇ ਉਹ ਨਹੀਂ ਨਿਕਲ ਸਕਦੇ, ਨਹੀਂ ਨਿਕਲ ਸਕਦੇ, ਫਸ ਗਏ। ਕਹਿੰਦੇ ਕਸੂਤੇ ਫਸ ਗਏ ਉਹ ਜੀਵ, ਕਿੱਥੋਂ ਨਹੀਂ ਨਿਕਲ ਸਕਦੇ? ਪਾਤਸ਼ਾਹ ਕਹਿੰਦੇ ਉਹ ਗਰਭ ਜੂਨ ਦੇ ਵਿੱਚੋਂ ਨਹੀਂ ਨਿਕਲ ਸਕਦੇ। ਕਹਿੰਦੇ ਉਹਨਾਂ ਦਾ ਘਰ ਬਣ ਗਿਆ, ਕਹਿੰਦੇ ਉਹ ਇੱਕ ਤਰ੍ਹਾਂ ਦਾ ਉਹਨਾਂ ਦੀ ਥਾਂ, ਕਹਿੰਦੇ ਉੱਥੇ ਨਿਯੁਕਤ ਹੋ ਗਈ ਉਹਨਾਂ ਦੀ। ਕਿਉਂ? ਕਿਉਂਕਿ ਉਹਨਾਂ ਨੇ ਕਰਮ ਹੀ ਏਦਾਂ ਦੇ ਕੀਤੇ ਹੈ ਗੁਰਮੁਖ ਪਿਆਰਿਓ, ਉਹਨਾਂ ਨੇ ਕਰਮ ਹੀ ਏਦਾਂ ਦੇ ਕੀਤੇ ਹੈ। ਪਾਤਸ਼ਾਹ ਕਹਿੰਦੇ ਗਰਭ ਜੂਨੀ ਵਿੱਚ ਕਦੇ ਨਾ ਨਿਕਲੈ, ਨਹੀਂ ਨਿਕਲਦਾ ਕਹਿੰਦੇ ਉਹ ਜੀਵ। ਗਰਭ ਜੂਨੀ ਵਿੱਚ ਕਦੇ ਨਾ ਨਿਕਲੈ, ਵਿਸ਼ਟਾ ਮਹਿ ਸਮਾਏ। ਵਿਸ਼ਟਾ ਕਹਿੰਦੇ ਆ ਗੰਦਗੀ, ਜ਼ਹਿਰ ਨੂੰ ਕਹਿੰਦੇ ਆ। ਕਹਿੰਦੇ ਜ਼ਹਿਰ ਦੇ ਵਿੱਚ ਆਦਤ ਬਣ ਗਈ ਉਹਨਾਂ ਦੀ ਸਮਾਉਣ ਦੀ, ਗੰਦਗੀ ਦੇ ਵਿੱਚ ਰਹਿਣ ਦੀ ਉਹਨਾਂ ਦੀ ਆਦਤ ਬਣ ਗਈ। ਕਹਿੰਦੇ ਕਿਉਂ? ਇਹ ਸਾਰਾ ਕੁਝ ਕਿਉਂ ਹੋਇਆ? ਇਹ ਸਾਰਾ ਕੁਝ ਤਾਂ ਹੋਇਆ ਗੁਰਮੁਖ ਪਿਆਰਿਓ, ਇੱਥੇ ਸਾਡਾ ਮੇਨ ਮਨੋਰਥ ਸੀ ਜਿਹੜਾ ਆਉਣ ਦਾ ਨਾ, ਇਹ ਸੀ ਕਿ ਜਿਹੜਾ ਪੰਜ ਭੌਤਿਕ ਕਾਇਆ
ਰੂਪੀ ਇਹ ਸਰੀਰ ਸਾਨੂੰ ਇਹ ਘਰ ਮਿਲਿਆ ਸੀ। ਇਸ ਘਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆਪਾਂ ਨੇ ਅਗਲਾ ਘਰ ਲੱਭ ਲੈਣਾ ਸੀ ਗੁਰਮੁਖ ਪਿਆਰਿਓ। ਅਗਲਾ ਘਰ ਆਪਾਂ ਨੇ ਲੱਭ ਲੈਣਾ ਸੀ। ਪਰ ਅਸੀਂ ਉਸ ਨੂੰ ਲੱਭ ਨਹੀਂ ਸਕੇ। ਅਸੀਂ ਉਸ ਨੂੰ ਲੱਭ ਨਹੀਂ ਸਕੇ। ਕਿਉਂ ਨਹੀਂ ਲੱਭ ਸਕੇ? ਲੱਭਣਾ ਕੋਈ ਔਖਾ ਨਹੀਂ ਸੀ। ਲੱਭ ਲੈਣਾ ਸੀ। ਕਿਉਂ ਲੱਭ ਲੈਣਾ ਸੀ? ਤਾਂ ਲੱਭ ਲੈਣਾ ਸੀ ਕਿ ਮੇਰਾ ਪਿਤਾ ਕਿਰਪਾਲੂ ਹੈ, ਦਿਆਲੂ ਹੈ, ਉਹ ਸਾਥ ਦਿੰਦਾ ਹੈ ਸਾਡਾ। ਆਪਾਂ ਨੇ ਲੱਭ ਲੈਣਾ ਸੀ। ਫਿਰ ਲੱਭਿਆ ਕਿਉਂ ਨਹੀਂ? ਲੱਭਿਆ ਤਾਂ ਨਹੀਂ ਗੁਰਮੁਖ ਪਿਆਰਿਓ, ਆਪਣੇ ਤੇ ਯਾਦ ਹੀ ਨਹੀਂ ਆਇਆ ਉਹ। ਆਪਣੇ ਯਾਦ ਹੀ ਨਹੀਂ ਆਇਆ ਕਿ ਮੈਂ ਉਸ ਘਰ ਨੂੰ ਲੱਭਣ ਦੇ ਲਈ ਆਇਆ। ਆਪਣੇ ਯਾਦ ਨਹੀਂ ਆਇਆ। ਮੇਰੇ ਸ਼ਹਿਨशाह ਨੇ ਕਹਿ ਦਿੱਤਾ। ਮੇਰੇ ਸ਼ਹਿਨशाह ਨੇ ਕਹਿ ਦਿੱਤਾ, ਕਹਿੰਦਾ ਜੇ ਤੇਰੇ ਯਾਦ ਆ ਜਾਂਦਾ ਨਾ ਗੁਰਮੁਖ ਪਿਆਰਿਓ, ਫੇਰ ਤੇ ਦਾਸ ਨੂੰ ਵੀ ਗਰੰਟੀ ਹੈ, ਵਿਸ਼ਵਾਸ ਹੈ, ਆਪਾਂ ਲੱਭ ਲੈਣਾ ਸੀ। ਕਿਉਂਕਿ ਸਾਡਾ ਪਿਤਾ ਕਿਰਪਾਲੂ ਹੈ, ਦਿਆਲੂ ਹੈ ਸਾਡਾ ਪਿਤਾ। ਕਿਉਂ? ਕਿਵੇਂ ਕਹਿ ਸਕਦੇ ਆ ਕਿਰਪਾਲੂ? ਪਹਿਲਾਂ ਵੀ ਦਾਸ ਨੇ ਕਈ ਵਾਰੀ ਕਹਿ ਦਿੱਤਾ ਗੁਰਮੁਖ ਪਿਆਰਿਓ, ਕਹਿਣਾ ਪਏਗਾ ਵਾਰ-ਵਾਰ ਦਿਆਲੂ ਤੇ ਕਿਰਪਾਲੂ ਕਹਿਣਾ ਪਏਗਾ। ਕਿਉਂ? ਪਿਤਾ ਤੇ ਇੰਨੀ ਗੱਲ ਕਹਿ ਦਿੱਤੀ ਮੇਰੇ ਪਿਤਾ ਨੇ ਕਿ ਪੁੱਤ ਤੂੰ ਇਸ ਘਰ ਦੇ ਵਿੱਚ ਆਉਣ ਦੇ ਲਈ, ਇਸ ਘਰ ਦੇ ਵਿੱਚ ਆਉਣ ਦੇ ਲਈ ਤੂੰ ਬਸ ਇੱਕ ਕਦਮ ਚੁੱਕ ਲੈ, ਇੱਕ ਕਦਮ। ਬਾਕੀ ਦੇ ਕਹਿੰਦੇ ਸਾਰੇ ਕਦਮ ਮੈਂ ਚੁੱਕੂ। ਭਗਤਾਂ ਨੇ ਪੁੱਛਿਆ ਪਿਤਾ ਤੁਸੀਂ ਕਿੰਨਾ ਕੁ ਚੁੱਕੋਗੇ? ਪਾਤਸ਼ਾਹ ਕਹਿੰਦੇ ਮੈਂ ਕਰੋੜਾਂ ਕਦਮ ਚੱਲ ਕੇ ਆਊਂ, ਕਰੋੜਾਂ ਕਦਮ। ਸਾਨੂੰ ਗੁਰਮੁਖ ਪਿਆਰਿਓ ਇੱਕ ਕਦਮ ਕਹਿਣ ਦੇ ਲਈ ਆਖਿਆ ਪਿਤਾ ਨੇ, ਇੱਕ ਕਦਮ। ਆਪ ਕਰੋੜਾਂ ਕਦਮ ਚੱਲ ਕੇ ਆਉਣ ਲਈ ਕਹਿ ਰਿਹਾ ਹੈ, ਫਿਰ ਕਿਰਪਾਲੂ ਤੇ ਦਿਆਲੂ ਨਹੀਂ ਕਹਿ ਸਕਦੇ? ਕਹਿਣਾ ਪਏਗਾ, ਮੰਨਣਾ ਪਏਗਾ ਕਿ ਵਾਕਈ ਸਾਡਾ ਪਿਤਾ ਹੈ, ਉਹ ਸਾਡਾ ਹੈ। ਪਾਤਸ਼ਾਹ ਕਹਿ ਰਹੇ ਨਾ ਗੁਰਬਾਣੀ ਦੇ ਵਿੱਚ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕਹਿੰਦੇ ਗੁਰੂ ਦੇ ਵੱਲ ਇੱਕ ਪੈਂਡਾ, ਇੱਕ ਕਦਮ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ, ਕੋਟ ਕਹਿੰਦੇ ਆ ਕਰੋੜਾਂ ਨੂੰ। ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਵਾਸਤੇ ਉਹ ਤੇਰੇ ਮਾਲਕ ਨੇ ਆਉਣਾ ਸੀ। ਉਹ ਭਲਿਆ ਤੈਨੂੰ, ਤੂੰ ਇੱਕ ਕਦਮ ਨਹੀਂ ਪੁੱਟ ਸਕਿਆ। ਉਹ ਇੱਕ ਕਦਮ ਕਿਉਂ ਨਹੀਂ ਪੁੱਟ ਸਕਿਆ? ਕਿ ਯਾਦ ਨਹੀਂ ਆਇਆ, ਵਿਸਰ ਗਿਆ। ਇਸੇ ਗੱਲ ਨੂੰ ਪਾਤਸ਼ਾਹ ਫਿਰ ਗੁਰਬਾਣੀ ਦੇ ਵਿੱਚ ਕਹਿ ਰਹੇ ਹੈ, ਜਿਹ ਘਰ ਮੈਂ ਤੁਧ ਰਹਿਣਾ ਬਸਣਾ। ਜਿਹੜੇ ਘਰ ਦੇ ਵਿੱਚ ਆਪਾਂ ਨੇ ਨਾ ਹੁਣ ਜਾ ਕੇ ਰਹਿਣਾ ਵਸਣਾ, ਜਿਹੜੇ ਘਰ ਦੇ ਵਿੱਚ, ਜਿਹੜਾ ਸਾਡਾ ਸਦੀਵੀ ਘਰ ਹੈ, ਇਹ ਤੇ ਆਪਾਂ ਨੂੰ ਕਿਰਾਏ ਤੇ ਮਿਲਿਆ ਹੋਇਆ ਹੈ, ਨਿਸ਼ਚਿਤ ਸਮੇਂ ਦੇ ਲਈ ਮਿਲਿਆ ਹੋਇਆ ਹੈ। ਜਦੋਂ ਸਮਾਂ ਹੋ ਗਿਆ ਨਾ, ਜਾਂ ਕੋਈ ਬਾਦਸ਼ਾਹ ਹੈ, ਜਾਂ ਕੋਈ ਭਿਖਾਰੀ ਹੈ, ਜਾਂ ਕੋਈ ਮੰਤਰੀ ਹੈ, ਜਾਂ ਕੁਛ ਵੀ ਹੈ, ਦਿੱਤੇ ਹੋਏ ਸਮੇਂ ਅਨੁਸਾਰ ਉਹਨਾਂ ਨੇ ਇਹਨੂੰ ਖਾਲੀ ਕਰਵਾ ਲੈਣਾ ਹੈ। ਇਸੇ ਕਰਕੇ ਪਾਤਸ਼ਾਹ ਕਹਿ ਰਿਹਾ ਗੁਰਬਾਣੀ ਦੇ ਵਿੱਚ, ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚਿੱਤ ਨਾ ਆਇਓ। ਕਹਿੰਦੇ ਉਹ ਤੇਰੇ ਚਿੱਤ ਨਹੀਂ ਆਇਆ ਹੈਗਾ। ਜੇ ਚਿੱਤ ਆ ਜਾਂਦਾ ਫਿਰ ਤੂੰ ਇੱਕ ਕਦਮ ਚੁੱਕ ਲੈਣਾ ਸੀ, ਤਾਂ ਰਹਿ ਗਿਆ। ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚਿੱਤ ਨਾ ਆਇਓ। ਅੱਗੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਜਿਹੜੇ ਘਰ ਦੇ ਵਿੱਚ ਤੂੰ ਜਾਣਾ ਸੀ, ਉਸ ਨੂੰ ਵਿਸਾਰ ਹੀ ਦਿੱਤਾ। ਕਹਿੰਦੇ ਬਿਲਕੁਲ ਹੀ ਵਿਸਾਰ ਦਿੱਤਾ। ਜਹਾਂ ਜਾਣਾ ਸੋ ਥਾਨ ਵਿਸਾਰਿਓ। ਕਹਿੰਦੇ ਜਿੱਥੇ ਜਾਣਾ ਸੀ ਨਾ, ਉਹ ਥਾਨ ਵਿਸਾਰ ਦਿੱਤਾ। ਇੱਕ ਨਿਮਖ ਨਹੀਂ ਮਨ ਲਾਇਓ।
ਅੱਗੇ ਪਾਤਸ਼ਾਹ ਕੀ ਕਹਿ ਰਹੇ ਹੈ, ਕਹਿੰਦੇ ਤਾਂ ਧਿਆਨ ਨਹੀਂ ਦਿੱਤਾ, ਕਹਿੰਦੇ ਇਸ ਕਾਇਆ ਨਗਰੀ ਦੇ ਅੰਦਰ ਨਾ ਮੰਨਦੇ ਆ, ਕਹਿੰਦੇ ਵੀ ਜਿੱਥੇ ਚੋਰ ਨੇ, ਡਾਕੂ ਨੇ, ਠੱਗ ਨੇ, ਗੰਦਗੀ ਹੈ, ਬਹੁਤ ਕੁਛ ਹੈ, ਕਹਿੰਦੇ ਉੱਥੇ ਕਹਿੰਦੇ ਇਸ ਕਾਇਆ ਨਗਰੀ ਦੇ ਵਿੱਚ ਅੰਮ੍ਰਿਤ ਵੀ ਹੈ, ਹਰ ਰਸ ਵੀ ਹੈ, ਨਾਮ ਰਸ ਵੀ ਹੈ, ਬ੍ਰਹਮ ਰਸ ਵੀ ਹੈ। ਉਹ ਵੀ ਕਹਿੰਦੇ ਤੇਰੇ ਨਾਲ ਵਸਦਾ ਹੈ, ਤੂੰ ਉਧਰ ਵੀ ਤੇ ਧਿਆਨ ਦੇ ਲੈਣਾ ਸੀ, ਉਧਰ ਵੀ ਕਹਿੰਦੇ ਧਿਆਨ ਦੇ ਲੈਣਾ ਸੀ, ਤੂੰ ਤੇ ਇੱਕ ਵਿਖਿਆ ਦੇ ਨਾਲ, ਇੱਕ ਜ਼ਹਿਰ ਦੇ ਨਾਲ ਹੀ ਉਲਝ ਕੇ ਰਹਿ ਗਿਆ। ਪਾਤਸ਼ਾਹ ਕਹਿ ਰਹੇ ਆ ਗੁਰਬਾਣੀ ਦੇ ਵਿੱਚ, ਅੰਮ੍ਰਿਤ ਸੰਗ ਵਸਤ ਹੈ ਤੇਰੇ, ਕਹਿੰਦੇ ਇਹ ਵੀ ਤੇਰੇ ਨਾਲ ਵਸਦਾ ਸੀ, ਅੰਮ੍ਰਿਤ ਰਹਿ ਉਸੇ ਘਰ ਦੇ ਵਿੱਚ ਸੀ, ਕਹਿੰਦੇ ਅੰਮ੍ਰਿਤ ਸੰਗ ਵਸਤ ਹੈ ਤੇਰੇ, ਵਿਖਿਆ ਸਿਉ ਅਰਝਾਇਓ, ਕਹਿੰਦੇ ਉਸ ਵਿਖਿਆ ਗੰਦਗੀ ਦੇ ਵਿੱਚ ਉਲਝ ਕੇ ਰਹਿ ਗਿਆ। ਆਇਆ ਸੀ ਵਪਾਰ ਕਰਨ ਰਤਨਾਂ ਦਾ, ਜਵਾਹਰ ਦਾ, ਹੀਰਿਆਂ ਦਾ, ਆਇਆ ਸੀ ਵਪਾਰ ਕਰਨ ਦੇ ਲਈ, ਵਪਾਰ ਕਰਨ ਦੇ ਲਈ ਵੀ ਰਤਨ ਜਵੇਹਰ ਮੈਂ ਜਾ ਕੇ ਮਾਤ ਲੋਕ ਤੇ ਜਾਊਂਗਾ, ਉੱਥੇ ਵਣਜ ਕਰਕੇ ਲੈ ਕੇ ਆਊਂਗਾ। ਪਰ ਕੀ ਲੈ ਕੇ ਚੱਲੇ ਆ ਇੱਥੋਂ? ਅੱਜ ਕੱਲ ਤੇ ਨਹੀਂ ਹੈ, ਮਤਲਬ ਕਿ ਉਹ ਚੀਜ਼ ਅੱਜ ਤੋਂ ਵੀ 30 ਸਾਲ ਪਹਿਲਾਂ, 30-35 ਸਾਲ ਪਹਿਲਾਂ ਬਹੁਤ ਜ਼ਿਆਦਾ ਸੀ, ਖਾਸ ਕਰਕੇ ਸਾਡੇ ਏਰੀਏ ਦੇ ਸਾਈਡ, ਸੰਗਰੂਰ, ਬਠਿੰਡਾ, ਪਟਿਆਲਾ, ਕਾਫੀ ਏਰੀਆ 'ਚ ਹੈਗਾ ਸੀ। ਭਾਵ ਕਲਰ ਹੁੰਦੇ ਸੀ ਧਰਤੀ ਦੇ ਵਿੱਚ, ਕਲਰ, ਉਸ ਕਲਰ ਵਾਲੀ ਧਰਤੀ ਦੇ ਵਿੱਚ ਖੇਤੀ ਨਹੀਂ ਹੁੰਦੀ ਸੀ। ਜਿਹੜੇ ਕਲਰ ਸੀ, ਭਾਵ ਉਹ ਇੱਕ ਮਿੱਟੀ ਸੀ, ਜਿਹੜੀ ਉਸ ਦੀ ਮਿੱਟੀ ਦੇ ਉੱਤੇ ਇੱਕ ਪਰਤ ਆਉਂਦੀ ਸੀ, ਉਹ ਨਮਕ ਵਾਲੀ ਹੁੰਦੀ ਸੀ, ਨਮਕ ਵਾਲੀ, ਉਸ ਨੂੰ ਕਲਰ ਕਹਿੰਦੇ ਸੀ। ਜਿੱਥੇ ਉਹ ਨਮਕ ਹੁੰਦਾ ਸੀ ਮਿੱਟੀ ਦੇ ਵਿੱਚ, ਉਸ ਜ਼ਮੀਨ ਦੇ ਵਿੱਚ ਫਸਲ ਦੀ ਪੈਦਾਇਸ਼ ਨਹੀਂ ਹੁੰਦੀ ਸੀ। ਪਾਤਸ਼ਾਹ ਨੇ ਉਸ ਚੀਜ਼ ਨੂੰ ਬਾਣੀ ਦੇ ਵਿੱਚ ਦਰਜ ਕੀਤਾ ਹੋਇਆ, ਬਾਣੀ ਦੇ ਵਿੱਚ ਦਰਜ ਕੀਤਾ ਹੋਇਆ। ਕਹਿੰਦੇ ਤੂੰ ਆਇਆ ਸੀ ਇੱਥੇ ਰਤਨ ਜਵੇਹਰ ਦਾ ਵਣਜ ਕਰਨ ਦੇ ਲਈ, ਪਰ ਕਲਰ ਲੱਦ ਕੇ ਲੈ ਚੱਲਿਆ। ਕਹਿੰਦੇ ਕਲਰ, ਜਿਹੜੀ ਉਹ ਧਰਤੀ ਬੇਕਾਰ ਧਰਤੀ ਸੀ ਨਾ, ਰੇਤਾ ਸੀ, ਉਹ ਕਲਰ ਨਮਕ ਵਾਲਾ ਰੇਤਾ ਕਹਿੰਦੇ ਲੱਦ ਕੇ ਲੈ ਚੱਲਿਆ। ਪਾਤਸ਼ਾਹ ਦੱਸਦੇ ਐ, ਰਤਨ ਜਵੇਹਰ ਵਣਜਣ ਆਇਓ, ਕਾਲਰ ਲਾਦ ਚਲਾਇਓ। ਕਲਰ ਨੂੰ ਕਹਿੰਦੇ ਐ, ਕਹਿੰਦੇ ਉਹ ਲੱਦ ਕੇ ਚਲਾ ਗਿਆ, ਕਾਲਰ ਲਾਦ ਚਲਾਇਓ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਮਨ ਬੱਚਾ ਆਇਆ ਸੀ ਵਪਾਰ ਕਰਨ ਦੇ ਲਈ, ਪਰ ਆਪਣੇ ਵਪਾਰ ਤੋਂ ਉਲਝ ਗਿਆ। ਕਰਤੇ ਵਿਚਾਰਾ ਵਪਾਰ ਹੀ ਰਿਹਾ, ਕਰਤੇ ਵਪਾਰ ਹੀ ਰਿਹਾ, ਵਪਾਰ ਕਰਦਾ ਸੀ ਜਵਾਹਰਾਂ ਦਾ, ਹੀਰਿਆਂ ਦਾ, ਨਾਮ ਦਾ, ਪਰ ਕਰਨਾ ਕੀ ਕੀਤਾ? ਨਿੰਦਿਆ, ਚੁਗਲੀ, ਬੈਰ, ਵਿਰੋਧ, ਈਰਖਾ। ਬੜਾ ਖੁਸ਼ ਹੋ ਕੇ ਕਰਦਾ, ਰੋਜ਼ ਗੁਰਬਾਣੀ ਸੁਣਦਾ, ਗੁਰਬਾਣੀ ਪੜ੍ਹਦਾ, ਫਿਰ ਵੀ ਬੜਾ ਖੁਸ਼ ਹੋ ਕੇ ਕਰਦਾ। ਬਸ ਆਹ ਚੀਜ਼ ਸਾਨੂੰ ਬੜਾ ਪਿੱਛੇ ਲੈ ਕੇ ਜਾ ਰਹੀ ਹੈ। ਇਸ ਚੀਜ਼ ਤੋਂ ਗੁਰਮੁਖ ਪਿਆਰਿਓ ਸਾਵਧਾਨ ਹੋ ਜਾਈਏ, ਸਾਵਧਾਨ। ਬਸ ਮਨ ਦੇ ਵਿੱਚ ਸੋਚ ਲਓ ਕਿ ਇਹ ਜਿਹੜੇ ਪੰਜ ਨੇ, ਇਹ ਸਾਡੇ ਦੁਸ਼ਮਣ ਨੇ, ਇਹ ਸਾਡੇ ਵੈਰੀ ਨੇ, ਇਹ ਸਾਨੂੰ ਧੋਖਾ ਦੇ ਰਹੇ ਆ, ਇਹ ਧੋਖੇ ਨਾਲ ਸਾਡੇ ਦੋਸਤ ਬਣ ਗਏ, ਪਰ ਹੈਗੇ ਸਾਡੇ ਦੁਸ਼ਮਣ ਨੇ। ਇਹਨਾਂ ਤੋਂ ਸਾਵਧਾਨ ਹੋਈਏ। ਇਹਨਾਂ ਤੋਂ ਸਾਵਧਾਨ ਹੋਣ ਦੇ ਲਈ ਇੱਕੋ ਇੱਕ ਉਪਾਅ ਹੈ, ਉਹ ਹੈ ਗੁਰਮੁਖ ਪਿਆਰਿਓ ਸਵਾਸ ਤੇ ਗਰਾਸ ਸਿਮਰਨ। ਉਹ ਹੈ ਸਵਾਸ ਤੇ ਗਰਾਸ ਸਿਮਰਨ। ਸਿਮਰਨ ਵੀ ਜਿਹੜਾ ਕਰਨਾ, ਜਦੋਂ ਪਤਾ ਲੱਗੇ ਕਿ ਇਹਨਾਂ ਦਾ ਕੋਈ ਮੈਂਬਰ ਅੰਦਰ ਆ ਵੜਿਆ, ਉਹ ਮਨ ਨੂੰ ਫੁਰਨਾ ਦੇ ਰਿਹਾ, ਜਾਂ ਛੋਟਾ ਹੈ ਜਾਂ ਵੱਡਾ ਫੁਰਨਾ ਦੇ ਰਿਹਾ, ਉਸੇ ਵੇਲੇ ਇਸ ਮਨ ਨੂੰ ਕੁੱਟਣਾ ਸ਼ੁਰੂ ਕਰ ਦਿਓ। ਬਸ ਜਦੋਂ ਏਦਾਂ ਮਹਿਸੂਸ ਹੋਵੇ ਨਾ
ਕਿ ਹੁਣ ਮੈਨੂੰ ਥੋੜਾ ਜਿਹਾ ਫੁਰਨਾ ਆਉਣ ਲੱਗੇ, ਕੋਈ ਗਲਤ ਹੈ ਜਾਂ ਉਹ ਚੰਗਾ ਹੈ। ਕਈ ਵਾਰੀ ਸਾਡੇ ਮਨ ਦੇ ਵਿੱਚ ਹੋਰ ਵਿਸ਼ਵਾਸ ਬਣਾ ਦਿੰਦਾ ਹੈ। ਕਈ ਵਾਰੀ ਸਾਨੂੰ ਇਹੋ ਜਿਹਾ ਧੋਖਾ ਦੇ ਕੇ ਸਾਡੇ ਸਵਾਸ ਲੁੱਟਦਾ ਹੈ ਕਿ ਆਪਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਮੈਂ ਫੁਰਨਿਆਂ ਦੇ ਵਿੱਚ ਹਾਂ ਜਾਂ ਮੈਂ ਸਿਮਰਨ ਕਰ ਰਿਹਾ। ਕੀ ਵਿਸ਼ਵਾਸ ਦਿਵਾਉਂਦਾ ਪਤਾ ਹੈ? ਤੁਹਾਨੂੰ ਵਿਸ਼ਵਾਸ ਇਹ ਦਿਵਾਏਗਾ ਕਿ ਤੂੰ ਤੇ ਸਿਮਰਨ ਕਰਨ ਲੱਗ ਗਿਆ, ਤੇਰਾ ਤੇ ਕੰਮ ਚੱਲ ਪਿਆ, ਤੇਰੇ ਤੇ ਮਾਲਕ ਨੇ ਕਿਰਪਾ ਕਰਤੀ, ਹੁਣ ਤੂੰ ਫਲਾਣੇ ਬੰਦੇ ਨੂੰ ਲੈ ਕੇ ਆ, ਫਲਾਣੇ ਬੰਦੇ ਨੂੰ ਇਹ ਕਹਾਣੀ ਦੱਸ। ਉਧਰੋਂ ਆਪਾਂ ਸਿਮਰਨ ਕਰ ਰਹੇ ਹਾਂ ਅਤੇ ਨਾਲ ਤੁਹਾਡੇ ਅੰਦਰ ਫੁਰਨਾ ਚਲਾ ਦਿੱਤਾ। ਉਹ ਗੁਰਮੁਖੋ ਹੈ ਤੇ ਫੁਰਨਾ ਹੀ ਹੈ ਨਾ, ਹੈਗਾ ਤੇ ਫੁਰਨਾ ਹੀ ਹੈ ਨਾ, ਜਿੱਦਾਂ ਦਾ ਮਰਜ਼ੀ ਹੋਇਆ। ਫੁਰਨੇ ਤੋਂ ਤੇ ਸਾਵਧਾਨ ਹੋਣਾ ਆਪਾਂ ਨੇ। ਫੁਰਨਾ ਜਾਂ ਰਜੋ ਗੁਣ ਦਾ ਜਾਂ ਸਤੋ ਗੁਣ ਦਾ ਜਾਂ ਤਮੋ ਗੁਣ ਦਾ। ਪਾਤਸ਼ਾਹ ਨੇ ਮੋਹਰ ਤੇ ਮਾਇਆ ਦੀ ਲਾ ਦਿੱਤੀ ਨਾ, ਇਹ ਤੇ ਮੇਰੇ ਸ਼ਹਿਨशाह ਨੇ ਇਸ ਦੇ ਉੱਤੇ ਗੁਰਮੁਖੋ ਮਾਇਆ ਦੀ ਮੋਹਰ ਲਾਈ ਹੈ। ਜਾਂ ਰਜੋ ਗੁਣ ਦਾ ਸੁਪਨੇ, ਜਾਂ ਤਮੋ ਗੁਣ ਦਾ ਸੁਪਨੇ, ਜਾਂ ਸਤੋ ਗੁਣ ਦਾ ਸੁਪਨੇ। ਹੁਣ ਸੁਪਨਾ ਇਹ ਸਤੋ ਗੁਣ ਦਾ, ਤੁਹਾਡੇ ਮਨ ਦੇ ਵਿੱਚ ਵਿਚਾਰ ਚੱਲ ਪਿਆ ਕਿ ਮੈਂ ਤੇ ਨਿਕਲ ਗਿਆ, ਮੈਂ ਤੇ ਸਿਮਰਨ ਕਰਨ ਲੱਗ ਗਿਆ। ਮੇਰੀ ਚਾਚੀ ਨੂੰ, ਮੇਰੀ ਤਾਈ ਨੂੰ, ਮੇਰੇ ਭਰਾ ਨੂੰ, ਮੇਰੇ ਸਾਲੇ ਨੂੰ, ਮੇਰੀ ਸਾਲੀ ਨੂੰ ਆਪਾਂ ਇੱਧਰ ਲੈ ਕੇ ਆਈਏ। ਜਿਹੜਾ ਸਿਮਰਨ ਕਰਨ ਦਾ ਟਾਈਮ ਸੀ ਉਹ ਸੋਚਾਂ ਦੇ ਵਿੱਚ ਪਾ ਦਿੱਤਾ, ਉਹ ਫੁਰਨਿਆਂ ਦੇ ਵਿੱਚ ਪਾ ਦਿੱਤਾ। ਜਦੋਂ ਫੁਰਨਿਆਂ ਦੇ ਵਿੱਚ ਪਾ ਦਿੱਤਾ, ਮੇਰੇ ਪਾਤਸ਼ਾਹ ਨੇ ਉਹਨਾਂ ਫੁਰਨਿਆਂ ਦੇ ਉੱਤੇ ਮੋਹਰ ਲਾ ਦਿੱਤੀ। ਮੇਰੇ ਪਾਤਸ਼ਾਹ ਨੇ ਕਹਿ ਦਿੱਤਾ, ਰਾਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਕਹਿੰਦੇ ਮਾਇਆ ਹੈ, ਜਾਂ ਰਜੋ ਗੁਣ ਦਾ, ਜਾਂ ਸਤੋ ਗੁਣ ਦਾ, ਜਾਂ ਤਮੋ ਗੁਣ ਦਾ। ਰਜ ਗੁਣ ਤਮ ਗੁਣ ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥਾ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਕਹਿੰਦੇ ਜਿਹੜਾ ਜੀਵ ਚੌਥੇ ਪਦ ਨੂੰ ਚੀਨੇਗਾ, ਚੌਥੇ ਪਦ ਤੇ ਜਾ ਕੇ ਬੇਨਤੀ ਜੋਦੜੀ ਕਰੇਗਾ, ਚੌਥੇ ਪਦ ਤੇ ਜਾ ਕੇ ਸਿਮਰਨ ਕਰੇਗਾ, ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ ਹੈ ਪਰਮ ਗਤੀ ਉਹ ਪ੍ਰਾਪਤੀ ਉਸ ਜੀਵ ਨੂੰ ਹੋਣੀ ਹੈ। ਇਸ ਕਰਕੇ ਆਪਾਂ ਨੇ ਧਿਆਨ ਦੇਣਾ, ਇਸ ਫੁਰਨੇ ਤੋਂ ਆਪਾਂ ਨੇ ਸਾਵਧਾਨ ਹੋਣਾ। ਇਸੇ ਕਰਕੇ ਪਾਤਸ਼ਾਹ ਨੇ ਕਹਿ ਦਿੱਤਾ, ਸਾਵਧਾਨ ਇਕਾਗਰ ਚੀਤ। ਕਹਿੰਦੇ ਇਕਾਗਰ ਕਰ ਲੋ, ਸਾਵਧਾਨ ਹੋ ਜਾਓ। ਲਓ ਫਿਰ ਹੁਣ ਆਪਾਂ 10 ਮਿੰਟਾਂ ਪਿਤਾ ਨੂੰ ਆਵਾਜ਼ਾਂ ਮਾਰ ਲਈਏ, ਸੋਚ ਲਈਏ ਕਿ ਪਿਤਾ ਦੇ ਨਾਲ ਕਿੱਦਾਂ ਹੁਣ ਪਿਆਰ ਕਰੀਏ, ਕਿੱਦਾਂ ਇਹ ਸਾਨੂੰ ਫੁਰਨਿਆਂ ਦੇ ਵਿੱਚ ਉਡਾ ਕੇ ਇਸ ਕਾਇਆ ਤੋਂ ਬਾਹਰ ਲੈ ਕੇ ਜਾਂਦੇ ਹੈ, ਤੇ ਅਸੀਂ ਫਿਰ ਵਾਪਸ ਇਸ ਕਾਇਆ ਦੇ ਵਿੱਚ ਆਉਣਾ, ਫਿਰ ਵਾਪਸ ਆਉਣਾ। ਅਸੀਂ ਯੁੱਧ ਕਰਨਾ, ਕਿਉਂਕਿ ਮੇਰੇ ਬਾਪ ਨੇ ਕਹਿ ਦਿੱਤਾ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ, ਕਬ ਹੂੰ ਨਾ ਛਾਡੈ ਖੇਤ। ਖੇਤ ਕਿਹੜਾ? ਆ ਸਰੀਰ, ਆ ਕਾਇਆ, ਜਿਹੜੇ ਇਹ ਫੁਰਨਿਆਂ ਦੇ ਵਿੱਚ ਛਡਾਉਂਦੇ ਆ। ਆਪਾਂ ਸਿਮਰਨ ਸ਼ੁਰੂ ਕਰਾਂਗੇ ਨਾ, ਇਹ ਛਡਾ ਕੇ ਲੈ ਕੇ ਜਾਣਗੇ, ਇਹ ਭਜਾ ਕੇ ਲੈ ਕੇ ਜਾਣਗੇ, ਪਰ ਆਪਾਂ ਨੇ ਨਹੀਂ ਛੱਡਣਾ। ਫੇਰ ਸੂਰਮਾ ਹੈ ਤੂੰ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰਹਿ, ਕਬ ਹੂੰ ਨਾ ਛਾਡੈ ਖੇਤ। ਉਹ ਨਹੀਂ ਛੱਡਣਾ ਉਹ ਗੁਰਮੁਖ ਪਿਆਰਿਓ। ਕਰੀਏ ਫਿਰ ਸ਼ੁਰੂ। ਜਦੋਂ ਪੌਣ ਅੰਦਰ ਜਾਂਦੀ ਹੈ ਬੋਲਾਂਗੇ ਵਾਹੇ, ਪੌਣ ਬਾਹਰ ਆਉਂਦੀ ਹੈ ਬੋਲਾਂਗੇ ਗੁਰੂ। ਨੇਤਰਾਂ ਨੂੰ ਬੰਦ ਕਰ ਲੋ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
Waheguru, 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 Waheguru,
ਵਾਹਿਗੁਰੂ 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 ਵਾਹਿਗੁਰੂ। ਹੁਣ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਸਿਮਰਨ ਕਰਕੇ ਨਾ ਆਪਾਂ ਹੁਣ 10 ਹੀ ਮਿੰਟ ਲਾਏ ਐ, ਇਹ ਆਪਾਂ ਕਰਨਾ ਘੱਟੋ ਘੱਟ 15 ਜਾਂ 20 ਮਿੰਟ। ਏਦਾਂ ਪਹਿਲਾਂ ਪੂਰੇ ਮਨ ਨੂੰ ਕੁੱਟਣਾ, ਕੁੱਟ ਕੇ ਫਿਰ ਇਸ ਨੂੰ ਸਲੋ ਹਸਤਾ ਕਰਦੇ ਕਰਦੇ ਸਹਿਜ ਦੇ ਵਿੱਚ ਲਿਆਉਂਦੇ 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 ਇੰਨਾ ਸਹਿਜ ਦੇ ਵਿੱਚ ਚਲੇ ਜਾਣਾ ਕਿ ਮਨ ਪਤਾ ਹੀ ਲੱਗੇ ਕਿ 2-4 ਮਿੰਟਾਂ ਦੇ ਵਿੱਚ ਸਰੀਰ ਤੋਂ ਅਲੱਗ ਹੋ ਗਿਆ। ਆਪਾਂ ਇਸ ਕਾਇਆ ਨੂੰ ਜਲਦੀ ਤੋਂ ਜਲਦੀ ਛੱਡਣਾ ਸਿੱਖ ਜੀਏ। ਜਦੋਂ ਆਪਾਂ ਗੁਰਮੁਖ ਪਿਆਰਿਓ 5-4 ਮਿੰਟਾਂ ਦੇ ਵਿੱਚ ਇਸ ਕਾਇਆ ਨੂੰ ਛੱਡਣਾ ਸਿੱਖ ਲਵਾਂਗੇ, ਫਿਰ ਪਾਤਸ਼ਾਹ ਦੇ ਪਾਏ ਪੂਰਨਿਆਂ ਤੇ ਚੱਲਾਂਗੇ, ਜਿਹੜੇ ਪਾਤਸ਼ਾਹ ਕਹਿ ਰਹੇ ਐ, ਜੀਵਤ ਮਰੈ ਮਰੈ ਫੁਨ ਜੀਵੈ। ਅਸੀਂ ਜਿਉਂਦੇ ਜੀ ਮਰਨ ਜਾਣਾ ਗੁਰਮੁਖੋ। ਮਰਨ ਦਾ ਭਾਵ ਇਸ ਕਾਇਆ ਨੂੰ ਛੱਡ ਦੇਣਾ। ਮਰ ਕੇ ਵੀ ਆਪਾਂ ਨੇ ਇਹ ਕਾਇਆ ਛੱਡਣੀ ਹੈ, ਸਹਿਜ ਦੇ ਵਿੱਚ ਜਾ ਕੇ ਵੀ ਆਪਾਂ ਨੇ ਇਹ ਕਾਇਆ ਛੱਡਣੀ ਹੈ। ਜਦੋਂ ਅਸੀਂ ਕਾਇਆ ਤੋਂ ਅਲੱਗ ਹੋਣਾ ਸਿੱਖ ਗਏ, ਫਿਰ ਅਗਲਾ ਪੜਾਅ ਸਾਨੂੰ ਬਹੁਤ ਸੌਖਾ ਹੋ ਜਾਣਾ ਤੈਅ ਕਰਨਾ। ਗੁਰਮੁਖ ਪਿਆਰਿਓ, ਓਨਾ ਚਿਰ ਹੀ ਤੈਅ ਕਰਨਾ ਔਖਾ ਹੈ ਜਿੰਨੀ ਦੇਰ ਅਸੀਂ ਕਾਇਆ ਤੋਂ
ਅਲੱਗ ਨਹੀਂ ਹੁੰਦੇ। ਜਿਹੜਾ ਸਿਮਰਨ ਦੀ ਲਾਸਟ ਸਟੇਜ ਹੈ ਨਾ, ਸਿਮਰਨ ਅਸੀਂ ਕਿਉਂ ਕਰਦੇ ਹਾਂ ਬਸ। ਜੇ ਇਸ ਦੀ ਲਾਸਟ ਸਟੇਜ ਪੁੱਛੀਏ ਕਿ ਸਿਮਰਨ ਕਿਉਂ ਕਰਦੇ ਹਾਂ, ਸਿਮਰਨ ਤਾਂ ਕਰਦੇ ਹਾਂ ਕਿ ਅਸੀਂ ਇਸ ਤਨ ਤੋਂ ਅਲੱਗ ਹੋ ਜਾਈਏ। ਤਨ ਦਸਾਂ ਦੀਵਾਰਾਂ ਦਾ ਜਿਹੜਾ ਸਰੀਰ ਹੈ, 9 ਦਰਵਾਜ਼ਿਆਂ ਤੋਂ ਤਾਂ ਉੱਠ ਕੇ 10ਵੇਂ ਦਰ ਦੇ ਉੱਤੇ ਬਹਿ ਜਾਣਾ ਹੈ ਗੁਰਮੁਖੋ ਜਾ ਕੇ। ਇਹ ਹੈ ਸਿਮਰਨ ਦੀ ਲਾਸਟ ਸਟੇਜ। ਪੰਜਾਬੀ ਚ ਕਹਿ ਲਈਏ, ਸਿਮਰਨ ਕਰਦੇ ਕਰਦੇ ਸੌਣਾ। ਗੁਰਬਾਣੀ ਚ ਕਹਿ ਦਈਏ ਕਿ ਸਹਿਜ ਦੇ ਵਿੱਚ ਚਲੇ ਗਏ ਜੀਵ ਸਿਮਰਨ ਕਰਦੇ ਕਰਦੇ। ਪੰਜਾਬੀ ਚ ਕਹਿ ਦੇ ਕਿ ਅਸੀਂ ਸੌਂ ਗਏ, ਬਸ ਸੌਵਾਂਗੇ, ਫਿਰ ਅਸੀਂ ਕਾਇਆ ਤੋਂ ਅਲੱਗ ਹੋ ਜਾਾਂਗੇ। ਅੱਗੇ ਮੇਰੇ ਕਿਰਪਾ ਮਾਲਿਕ ਕਿਰਪਾ ਕਰਨਗੇ, ਫਿਰ ਸੁੱਤੇ ਪਏ ਮਨ ਨੂੰ ਇਹ ਜਗਾਉਣਗੇ। ਫਿਰ ਅੱਗੇ ਦਾ ਪ੍ਰਚਾਰ ਕਿਤੇ ਮੇਰਾ ਬਾਪੂ ਫੇਰ ਲਏਗਾ। ਗੁਰਮੁਖ ਪਿਆਰਿਓ, ਇੰਨੀ ਕੁ ਹਾਜ਼ਰੀ ਦੱਸ